ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਆਪਣੇ ਸਿਲੇਬਸ ਦੀ ਤੀਸਰੀ ਪੋਇਮ ਟੈਲੀਵਿਜ਼ਨ ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਇਸ ਪੋਇਮ ਨੂੰ ਰੋਆਲ ਦਾਲ ਨੇ ਲਿਖਿਆ ਹੋਇਆ ਹੈ। ਇਹ ਪੋਇਮ ਥੋੜੀ ਜਿਹੀ ਲੰਬੀ ਪੋਇਮ ਹੈ, ਪਰ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਤੇ ਤੁਸੀਂ ਇਸ ਨੂੰ ਪੜ੍ਹ ਕੇ ਖੂਬ ਇੰਜੋਏ ਕਰੋਗੇ। ਤਾਂ ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਜਾਣਕਾਰੀ ਲੈ ਲਈਏ ਕਿ ਰੋਆਲ ਦਾਲ ਹੈ ਕੌਣ ਨੇ। ਬ੍ਰਿਟਿਸ਼ ਰਾਈਟਰ ਨੇ ਜੀ, ਸਾਊਥ ਵੇਲਜ਼ ਬ੍ਰਿਟੇਨ ਦੇ ਵਿੱਚ ਹੈ, ਇੰਗਲੈਂਡ ਦੇ ਵਿੱਚ। ਇਹਨਾਂ ਨੇ ਕਾਫੀ ਅੱਛੀਆਂ ਬੁੱਕਸ ਲਿਖੀਆਂ ਨੇ, ਜਿਵੇਂ ਸਮਵਨ ਲਾਈਕ ਯੂ। ਉਸ ਤੋਂ ਬਾਅਦ ਇਹਨਾਂ ਦੀ ਬਹੁਤ ਹੀ ਪਪੂਲਰ ਬੁੱਕ ਜੋ ਕਿ ਅੱਜ ਕੱਲ੍ਹ ਵੀ ਫੇਮਸ ਹੈ, ਉਹ ਸੀ ਚਾਰਲੀ ਐਂਡ ਦਾ ਚੋਕਲੇਟ। ਇਹ ਬੱਚਿਆਂ ਲਈ ਲਿਖੀਆਂ ਹੋਈਆਂ ਨੇ ਤੇ ਇਸ ਤੇ ਫਿਲਮਸ ਵੀ ਬਣੀਆਂ ਨੇ, 2 ਫਿਲਮਾਂ ਵੀ ਬਣੀਆਂ ਹੋਈਆਂ ਨੇ। ਤੇ ਇਹਨਾਂ ਨੇ ਚਿਲਡਰਨਸ ਦੀਆਂ ਲਗਭਗ 19 ਬੁੱਕਸ ਲਿਖੀਆਂ ਨੇ। ਤੇ ਇਹਨਾਂ ਨੇ ਇੱਕ ਵਾਰੀ ਕਿਹਾ ਸੀ, ਜੋ ਇੱਥੋਂ ਲੈ ਕੇ ਇੱਥੇ ਤੱਕ ਲਿਖਿਆ ਹੋਇਆ, ਕਿ ਜਿਹੜੇ ਬੱਚੇ ਨੇ ਇਹ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੁੰਦੇ ਨੇ। ਇਹਨਾਂ ਦਾ ਇੰਟਰਸਟ ਬਣਾ ਕੇ ਰੱਖਣਾ ਬੜਾ ਔਖਾ ਹੈ। ਤਾਂ ਤੁਹਾਨੂੰ ਆਪਣੇ ਬੱਚਿਆਂ ਦਾ ਇੰਟਰਸਟ ਬਣਾਉਣ ਦੇ ਲਈ, ਉਹਨਾਂ ਦਾ ਮਨ ਲੱਗਿਆ ਰਹੇ ਕਿਸੇ ਵੀ ਕੰਮ 'ਚ, ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਣੇ ਪੈਂਦੇ ਨੇ। ਤੇ ਬਹੁਤ ਹੀ ਵਧੀਆ ਲਿਖਿਆ, ਬਿਕੋਜ਼ ਇਹ ਗੱਲ ਤੁਹਾਡੇ ਨਾਲ ਵੀ ਢੁਕਦੀ ਹੈ। ਜਦੋਂ ਅਸੀਂ ਤੁਹਾਨੂੰ ਪੜ੍ਹਾਉਂਦੇ ਹੁੰਦੇ ਹਾਂ ਤਾਂ ਸਾਨੂੰ ਕਈ ਐਸੇ ਤਰੀਕੇ ਅਪਣਾਉਣੇ ਪੈਂਦੇ ਨੇ ਜਿਸ ਨਾਲ ਤੁਹਾਡਾ ਲੈਸਨ ਦੇ ਵਿੱਚ ਜੀ ਲੱਗਿਆ ਰਹੇ, ਤਾਂ ਕਿ ਤੁਹਾਡਾ ਧਿਆਨ ਨਾ ਭਟਕੇ। ਤਾਂ ਚਲੋ ਅੱਜ ਅਸੀਂ ਆਪਣੀ ਜਿਹੜੀ ਪਹਿਲੀ ਪੋਇਮ ਹੈ ਟੈਲੀਵਿਜ਼ਨ, ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਤੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਰੀਡ ਕਰਨਾ ਹੈ ਅਤੇ ਜਿਵੇਂ ਜਿਵੇਂ ਮੈਂ ਤੁਹਾਨੂੰ ਇਸ ਦੇ ਜੋ ਵੀ ਹੋਮਵਰਕ ਦੇਣਾ ਹੈ, ਤੁਸੀਂ ਨਾਲੋਂ ਨਾਲ ਕਰਦੇ ਜਾਣਾ ਹੈ। ਤਾਂ ਬੱਚਿਓ, ਇਸ ਪੋਇਮਸ ਦੀਆਂ ਕੁਝ ਖਾਸੀਅਤਾਂ ਨੇ, ਤਾਂ ਉਹ ਖਾਸੀਅਤਾਂ ਅਸੀਂ ਪਹਿਲਾਂ ਦੇਖ ਲੈਂਦੇ ਹਾਂ। ਕਿ ਜੇ ਤੁਸੀਂ ਦੇਖੋ, ਇਹ ਜਿਹੜੀ ਪੋਇਮ ਟੈਲੀਵਿਜ਼ਨ ਰੋਆਲ ਦਾਲ ਨੇ ਲਿਖੀ ਹੈ, ਇਸ ਦੀਆਂ 4 ਜੋ ਮੇਨ ਚੀਜ਼ਾਂ ਨੇ ਉਸ ਨੂੰ ਤੁਸੀਂ ਸਮਝ ਲਓ। ਮੈਂ ਇੱਕ ਥੋੜਾ ਜਿਹਾ ਇਹ ਮਾਈਂਡ ਮੈਪ ਜਿਹਾ ਬਣਾਇਆ ਤਾਂ ਕਿ ਤੁਹਾਨੂੰ ਥੋੜਾ ਜਿਹਾ ਪੋਇਮ ਸਮਝਣ 'ਚ ਆਸਾਨੀ ਹੋਵੇ। ਤਾਂ ਪਹਿਲੀ ਜਿਹੜੀ ਚੀਜ਼ ਹੈ, ਉਸ ਦੇ ਵਿੱਚ ਇਸ ਨੇ ਟੀਵੀ ਨੂੰ ਬੁੱਕਸ ਦੇ ਨਾਲ ਕੰਪੈਰੀਜ਼ਨ ਕੀਤਾ ਹੈ ਕਿ ਟੀਵੀ ਕਿੰਨਾ ਵਧੀਆ, ਕਿੰਨਾ ਕੁ ਵਧੀਆ ਤੇ ਬੁੱਕਸ ਕਿੰਨੀਆਂ ਵਧੀਆ ਨੇ। ਦੂਸਰੀ, ਇਸ ਪੋਇਮ ਦਾ ਜਿਹੜਾ ਨਾ ਐਗਜ਼ੈਜਰੇਟਿਡ ਸਟਾਈਲ ਹੈ। ਐਗਜ਼ੈਜਰੇਟਿਡ ਮਤਲਬ ਉਸਨੇ ਗੱਲਾਂ ਨਾ ਥੋੜ੍ਹੀਆਂ ਵਧਾ ਚੜਾ ਕੇ ਲਿਖੀਆਂ ਨੇ। ਆਪਾਂ ਜਦੋਂ ਕੋਈ ਵੀ ਗੱਲ ਥੋੜ੍ਹੀ ਜਿਹੀ ਹਾਈ-ਫਾਈ ਕਰਕੇ ਲਿਖੀਏ, ਉਸ 'ਤੇ ਜ਼ਿਆਦਾ ਜ਼ੋਰ ਦਈਏ ਸਮਝਾਉਣ ਦੇ ਲਈ, ਉਹਨੂੰ ਆਪਾਂ ਐਗਜ਼ੈਜਰੇਟਿਡ ਸਟਾਈਲ ਕਹਿੰਦੇ ਹਾਂ। ਤੇ ਇਹ ਉਸਨੇ ਇਸ ਪੋਇਮ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਕੀਤਾ ਹੈ। ਤੀਸਰਾ ਹੈ ਕਿ ਜੇ ਤੁਸੀਂ ਦੇਖੋ, ਪੂਰੀ ਪੋਇਮ ਦੇ ਵਿੱਚ ਕੋਈ ਸਟੈਂਜ਼ਾ ਨਹੀਂ ਹੈ, ਸ਼ੁਰੂ ਤੋਂ ਲੈ ਕੇ ਆਖਿਰ ਤੱਕ ਪੋਇਮ ਚੱਲਦੀ ਰਹਿੰਦੀ ਹੈ। ਤੇ ਆਮ ਤੌਰ ਤੇ ਅਸੀਂ ਪੋਇਮ ਦੇ ਵਿੱਚ ਸਟੈਂਜ਼ੇ ਦੇਖਦੇ ਹਾਂ, ਲੇਕਿਨ ਇਸ ਪੋਇਮ ਦੇ ਵਿੱਚ ਕੋਈ ਸਟੈਂਜ਼ਾ ਨਹੀਂ ਹੈ। ਹਾਂ, ਜਦੋਂ ਅਸੀਂ ਪੜ੍ਹਾਂਗੇ ਜਾਂ ਜਦੋਂ ਅਸੀਂ ਇਸ ਨੂੰ ਸਮਝ ਕੇ ਲਿਖਾਂਗੇ, ਅਸੀਂ ਛੋਟੇ ਛੋਟੇ ਸਟੈਂਜ਼ੇ ਬਣਾ ਕੇ ਲਿਖਾਂਗੇ, ਲੇਕਿਨ ਪੋਇਟ ਨੇ ਆਪਣੇ ਵੱਲੋਂ ਕੋਈ ਸਟੈਂਜ਼ਾ ਨਹੀਂ ਸਾਨੂੰ ਦਿੱਤਾ। ਤੇ ਇਸ ਦੀ ਚੌਥੀ ਗੱਲ ਹੈ ਜੀ ਕਿ ਇਹ ਸਟਰੋਂਗ ਲੈਂਗੁਏਜ ਹੈ। ਇਸ ਦੇ ਵਿੱਚ ਲੈਂਗੁਏਜ ਬਹੁਤ ਹੀ ਜ਼ਿਆਦਾ ਸਟਰੋਂਗ ਤੇ ਹਾਰਸ਼ ਮਤਲਬ ਕਿ ਕਰਖਤ ਲੈਂਗੁਏਜ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਉਹਨੇ ਭਾਸ਼ਾ ਯੂਜ਼ ਕੀਤੀ ਹੈ। ਇਹ ਜਿਵੇਂ ਜਿਵੇਂ ਬੇਟਾ ਅਸੀਂ ਪੜ੍ਹਾਂਗੇ ਤੇ ਤੁਹਾਨੂੰ ਪਤਾ ਲੱਗੇਗਾ। ਚਲੋ ਹੁਣ ਅਸੀਂ ਆਪਣੀ ਪੋਇਮ ਸਟਾਰਟ ਕਰਦੇ। ਹਾਂਜੀ, ਤਾਂ ਪੋਇਮ ਦੀਆਂ ਸਟਾਰਟਿੰਗ ਲਾਈਨਸ ਅਸੀਂ ਪੜ੍ਹ ਰਹੇ ਹਾਂ। ਤਾਂ ਰੋਆਲ ਦਾਲ ਲਿਖਦੇ हैं, द मोस्ट इम्पोर्टेंट थिंग वी हैव लर्न so far as children are concerned is never let them near your television set। ਦੇਖੋ, ਸ਼ੁਰੂਆਤ ਤੋਂ ਹੀ ਜਿਹੜੀ ਪੋਇਮ ਦੀ ਟੋਨ ਕਲੀਅਰ ਹੋ ਜਾਂਦੀ ਹੈ। ਕਹਿੰਦੇ ਅਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਸਾਨੇ ਸਿੱਖੀ ਹੈ, ਉਹ ਇਹ ਸਿੱਖੀ ਹੈ ਕਿ ਬੱਚਿਆਂ ਨੂੰ, ਜਿੱਥੋਂ ਤੱਕ ਬੱਚਿਆਂ ਦਾ ਸਵਾਲ ਹੈ, ਜਿੱਥੇ ਤੱਕ ਬੱਚਿਆਂ ਦਾ ਕੰਸਰਨ ਹੈ, ਉਹਨਾਂ ਨੂੰ ਕਦੇ ਵੀ ਨਹੀਂ, ਦੇਖੋ ਨੈਵਰ 3 ਵਾਰੀ ਯੂਜ਼ ਕੀਤਾ ਹੈ। ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਕਿ ਇਸ ਪੋਇਮ ਦੇ ਵਿੱਚ ਐਗਜ਼ੈਜਰੇਟਿਡ ਸਟਾਈਲ ਹੈ। ਹਾਲਾਂਕਿ ਜੇਕਰ ਪੋਇਟ ਇੱਕ ਵਾਰੀ ਲਿਖਦਾ ਨੈਵਰ, ਤਾਂ ਵੀ ਕੰਮ ਮਤਲਬ ਉਸ ਦਾ ਮੀਨਿੰਗ ਸਾਨੂੰ ਸਮਝ ਆ ਜਾਣਾ ਸੀ ਕਿ ਉਹ ਸਾਨੂੰ ਕਿਸੇ ਚੀਜ਼ ਤੋਂ ਰੋਕ ਰਿਹਾ, ਲੇਕਿਨ ਉਸਨੇ ਨੈਵਰ 3 ਟਾਈਮਸ ਨੈਵਰ ਯੂਜ਼ ਕਰਿਆ, 3 ਟਾਈਮਸ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦਾ ਜਿਹੜਾ ਸਟਾਈਲ ਕੀ ਹੈ, ਐਗਜ਼ੈਜਰੇਟਿਡ ਸਟਾਈਲ ਹੈ। ਉਸਨੇ ਵਧਾ ਚੜਾ ਕੇ ਗੱਲ ਕਹੀ ਹੈ। ਤੇ ਉਹ ਕੀ ਹੈ ਕਿ ਸਾਨੂੰ ਕਦੇ ਵੀ ਬੱਚਿਆਂ ਨੂੰ ਟੈਲੀਵਿਜ਼ਨ ਸੈੱਟ ਦੇ ਨੇੜੇ ਨਹੀਂ ਲੈ ਕੇ ਜਾਣਾ। ਨੈਵਰ, ਕਦੇ ਵੀ ਬੱਚਿਆਂ ਨੂੰ ਟੈਲੀਵਿਜ਼ਨ ਸੈੱਟ ਦੇ ਨੇੜੇ ਨਾ ਲੈ ਕੇ ਜਾਓ। ਤਾਂ ਇਹ ਸਾਨੇ ਚੀਜ਼ ਸਿੱਖੀ ਹੈ। ਪਹਿਲੇ ਪੈਰੇ ਦੇ ਵਿੱਚ, ਪਹਿਲੀਆਂ 4 ਲਾਈਨਾਂ ਦੇ ਵਿੱਚ ਕਵੀ ਇਹ ਕਹਿ ਰਿਹਾ ਹੈ। ਫਿਰ ਉਹ ਕਹਿੰਦਾ ਹੈ, ਔਰ ਬੈਟਰ ਸਟਿਲ ਜਸਟ ਡੋਂਟ ਇੰਸਟਾਲ ਦ ਇਡੀਓਟਿਕ ਥਿੰਗ ਐਟ ਆਲ। ਉਸ ਤੋਂ ਵੀ ਬੈਟਰ ਇਹ ਗੱਲ ਹੈ, ਪਹਿਲਾਂ ਤਾਂ ਉਹਨੇ ਕਿਹਾ ਕਿ ਟੈਲੀਵਿਜ਼ਨ ਸੈੱਟ ਦੇ ਨੇੜੇ ਤੁਸੀਂ ਬੱਚਿਆਂ ਨੂੰ ਲੈ ਕੇ ਨਾ ਜਾਓ, ਪਰ ਉਸ ਤੋਂ ਵੀ ਵਧੀਆ ਗੱਲ ਇਹ ਹੋ ਸਕਦੀ ਹੈ ਕਿ ਤੁਸੀਂ ਇਹ ਜਿਹੜੀ ਇਡੀਓਟਿਕ ਥਿੰਗ ਹੈ, ਇਡੀਓਟਿਕ ਥਿੰਗ ਉਹਨੇ ਕਿਸ ਨੂੰ ਕਿਹਾ? ਦੇਖੋ, ਇਡੀਓਟਿਕ ਥਿੰਗ, ਇਹਦਾ ਮਤਲਬ ਇਡੀਓਟਿਕ ਥਿੰਗ ਉਸਨੇ ਕਿਹਾ ਟੀਵੀ ਨੂੰ। ਇਡੀਓਟਿਕ ਥਿੰਗ ਦਾ ਮਤਲਬ ਹੁੰਦਾ ਜੀ ਮੂਰਖਤਾ ਭਰੀ ਚੀਜ਼। ਇਡੀਅਟ ਤੋਂ ਇਡੀਓਟਿਕ ਬਣਦਾ ਨਾ। ਤਾਂ ਮੂਰਖਤਾ ਵਾਲੀ ਚੀਜ਼ ਕਿਹੜੀ ਹੈ? ਟੀਵੀ ਹੈ। ਤਾਂ ਕਹਿੰਦੇ ਇਹ ਟੀਵੀ ਨੂੰ ਆਪਣੇ ਘਰੇ ਇੰਸਟਾਲ ਹੀ ਨਾ ਕਰੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇਹ ਟੈਲੀਵਿਜ਼ਨ ਨੂੰ ਇੰਸਟਾਲ ਹੀ ਨਾ ਕਰੋ।
ਫਿਰ ਉਹ ਕਹਿੰਦਾ ਹੈ in almost every houses we have watched them gaping at the screen। ਕਹਿੰਦੇ ਮੈਂ ਜਦੋਂ ਵੀ ਕਿਸੇ ਘਰ 'ਚ ਗਿਆ, ਐਵਰੀ ਹਾਊਸ, ਕਿਸੇ ਵੀ ਘਰ 'ਚ ਮੈਂ ਗਿਆ ਤਾਂ ਮੈਨੇ ਕੀ ਦੇਖਿਆ ਕਿ ਉੱਥੇ ਬੱਚੇ ਜਿਹੜੇ ਨੇ ਟੀਵੀ ਦੀ ਸਕਰੀਨ ਨੂੰ ਬੜੇ ਹੀ ਧਿਆਨ ਨਾਲ ਦੇਖ ਰਹੇ ਨੇ। ਗੇਪਿੰਗ ਐਟ ਦਾ ਮਤਲਬ ਹੁੰਦਾ ਘੂਰ ਕੇ ਦੇਖਣਾ, ਵਾਈਡ ਓਪਨ। ਗੇਪਿੰਗ ਐਟ ਦਾ ਮਤਲਬ ਹੁੰਦਾ ਹੈ ਵਾਈਡ ਓਪਨ, ਟੂ ਲੁੱਕ ਵਿਦ ਵਾਈਡ ਓਪਨ ਮਤਲਬ ਆਈਜ਼, ਠੀਕ ਹੈ। ਤਾਂ ਵਾਈਡ ਓਪਨ ਮਤਲਬ ਖੋਲ ਕੇ ਅੱਖਾਂ, ਐਨ ਅੱਖਾਂ ਪਾੜ ਕੇ ਦੇਖਣ ਨੂੰ। ਮਤਲਬ ਮੈਂ ਜਦੋਂ ਵੀ ਕਿਸੇ ਘਰ 'ਚ ਗਿਆ ਮੈਨੂੰ ਐ ਲੱਗਿਆ ਬੱਚੇ ਅੱਖਾਂ ਪਾੜ ਕੇ ਸਕਰੀਨ ਵੱਲ ਦੇਖ ਰਹੇ ਨੇ, ਟੀਵੀ ਦੀ ਸਕਰੀਨ ਵੱਲ ਦੇਖ ਰਹੇ ਨੇ। ਫਿਰ ਉਹ ਕਹਿੰਦਾ ਹੈ ਦੇ ਲੌਲ ਐਂਡ ਸਲੋਪ ਐਂਡ ਲਾਉਂਜ ਅਬਾਊਟ। ਲੌਲ ਐਂਡ ਸਲੋਪ ਤੇ ਲਾਉਂਜ ਅਬਾਊਟ ਦਾ ਮਤਲਬ ਇਹ ਹੁੰਦਾ ਬੇਟਾ, ਜਦੋਂ ਬੱਚੇ ਜਾਂ ਅਸੀਂ ਵੀ ਕਦੇ ਟੀਵੀ ਦੇਖਦੇ ਹਾਂ ਤਾਂ ਬੜਾ ਲੇਜ਼ੀ ਜਿਹੇ ਹੋ ਕੇ ਦੇਖਦੇ ਹਾਂ, ਕਦੇ ਇੱਧਰ ਨੂੰ ਲਿਟ ਕੇ, ਕਦੇ ਉੱਧਰ ਨੂੰ ਲਿਟ ਕੇ, ਕਦੇ ਐਂ ਬੈਠ ਕੇ, ਕਦੇ ਐਂ ਬੈਠ ਕੇ, ਟੇਢੇ ਜਿਹੇ ਹੋ ਗਏ, ਵਿੰਗੇ ਜਿਹੇ ਹੋ ਗਏ। ਤਾਂ ਇਹ ਸਾਰੇ ਜਿਹੜੇ ਵਰਡਸ ਹੈ ਲੌਲ ਐਂਡ ਸਲੋਪ, ਲਾਉਂਜ ਅਬਾਊਟ, ਇਹਦਾ ਮਤਲਬ ਹੈ ਟੂ ਬੀ ਲੇਜ਼ੀ। ਮਤਲਬ ਆਪਾਂ ਲੇਜ਼ੀ ਜਿਹੇ ਹੋ ਕੇ ਜਦ ਆਪਾਂ ਦੇਖਦੇ ਹਾਂ ਤਾਂ ਉਸ ਨੂੰ ਕਹਿੰਦੇ ਨੇ। ਕਹਿੰਦੇ ਜਦੋਂ ਵੀ ਮੈਂ ਕਿਸੇ ਘਰ 'ਚ ਦੇਖ ਗਿਆ ਤਾਂ ਮੈਨੂੰ ਇਹ ਪਤਾ ਲੱਗਿਆ ਕਿ ਬੱਚੇ ਨੇ ਬੜੇ ਲੇਜ਼ੀ ਹੋ ਕੇ, ਬੜੇ ਸੁਸਤ ਜਿਹੇ ਹੋ ਕੇ ਟੀਵੀ ਦੇਖ ਰਹੇ ਨੇ, ਅੱਖਾਂ ਪਾੜ ਕੇ ਦੇਖ ਰਹੇ ਨੇ। ਇਸ ਤਰ੍ਹਾਂ ਦੇਖ ਰਹੇ ਨੇ ਐਂ ਲੱਗਦਾ ਕਿ ਉਹਨਾਂ ਦੀਆਂ ਅੱਖਾਂ ਬਾਹਰ ਆ ਜਾਣਗੀਆਂ। ਐਂਡ ਸਟੇਅਰ ਅੰਟਿਲ देयर ਆਈਜ਼ ਪੌਪ ਆਊਟ। ਪੌਪ ਆਊਟ ਦਾ ਮਤਲਬ ਕੋਈ ਚੀਜ਼ ਬਾਹਰ ਆ ਜਾਣੀ। ਕਹਿੰਦੇ ਸਟੇਅਰ ਦਾ ਮਤਲਬ ਬੇਟਾ ਉਹੀ ਹੁੰਦਾ ਹੈ, ਸਟੇਅਰ ਦਾ ਮਤਲਬ ਹੁੰਦਾ ਵੀ ਜਿਵੇਂ ਘੂਰ ਕੇ ਵੇਖਣਾ, ਕਿ ਉਹਨਾਂ ਦੀਆਂ ਅੱਖਾਂ ਜਿਹੜੀਆਂ ਬਾਹਰ ਆ ਜਾਣਗੀਆਂ। ਸਾਨੂੰ ਐਂ ਲੱਗਦਾ ਕਿਉਂਕਿ ਇੰਨਾ ਜ਼ਿਆਦਾ ਨਜ਼ਰ ਟਿਕਾ ਕੇ ਉਹ ਟੀਵੀ ਵੱਲ ਦੇਖ ਰਹੇ ਨੇ। ਫਿਰ ਲਾਸਟ ਦੀਆਂ ਇਹਦੀਆਂ ਦੋ ਤੁਸੀਂ ਲਾਈਨਾਂ ਦੇਖੋ। ਕਹਿੰਦੇ ਲਾਸਟ ਵੀਕ ਇਨ ਸਮਵਨਸ ਪਲੇਸ ਵੀ ਸੌ ਅ ਡਜ਼ਨ ਆਈਬਾਲਸ ਔਨ ਦਾ ਫਲੋਰ। ਹੁਣ ਉਹ ਇੱਥੇ ਨਾ ਥੋੜੀ ਜੀ ਹੋਰ ਜ਼ਿਆਦਾ ਐਗਜ਼ੈਜਰੇਸ਼ਨ ਕਹਿ ਰਿਹਾ। ਉਹ ਕਹਿੰਦਾ ਮੈਂ ਪਿਛਲੇ ਹਫਤੇ ਗਿਆ, ਲਾਸਟ ਵੀਕ ਮੈਂ ਪਿਛਲੇ ਹਫਤੇ ਗਿਆ ਕਿਸੇ ਦੇ ਘਰੇ, ਤਾਂ ਮੈंने ਦੇਖਿਆ ਕਿ 1 ਦਰਜਨ ਅੱਖਾਂ, ਅ ਡਜ਼ਨ ਆਈਬਾਲਸ ਫਲੋਰ ਤੇ ਡਿੱਗੀਆਂ ਹੋਈਆਂ ਸੀ। ਫਲੋਰ ਤੇ ਡਿੱਗੀਆਂ ਹੋਈਆਂ ਸੀ, ਔਨ ਦਾ ਫਲੋਰ। ਹੁਣ ਕਿਵੇਂ ਹੋ ਸਕਦਾ ਹੈ ਕਿ ਜਿਹੜੀਆਂ ਅੱਖਾਂ ਨੇ 1 ਦਰਜਨ ਬੱਚਿਆਂ ਦਾ ਅੱਖਾਂ ਦਾ ਮਤਲਬ ਹੈ ਕਿ 6 ਬੱਚਿਆਂ ਦੀਆਂ ਅੱਖਾਂ, ਤਾਂ 6 ਬੱਚਿਆਂ ਦੀਆਂ ਅੱਖਾਂ ਜਿਹੜੀਆਂ ਫਲੋਰ ਤੇ ਡਿੱਗੀਆਂ ਹੋਈਆਂ ਮਿਲੀਆਂ ਮੈਨੂੰ। ਹੁਣ ਐਵੇਂ ਅੱਖਾਂ ਤਾਂ ਬਾਹਰ ਆ ਕੇ ਡਿੱਗ ਨਹੀਂ ਸਕਦੀਆਂ। ਇੱਥੇ ਉਸਨੇ ਕੀ ਯੂਜ਼ ਕੀਤਾ, ਉਹਨੇ ਐਗਜ਼ੈਜਰੇਸ਼ਨ ਯੂਜ਼ ਕੀਤੀ ਹੈ। ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਇੱਕ ਹੋਰ ਟਰਮ ਹੈ ਹਾਈਪਰਬੋਲੀ। ਹਾਈਪਰਬੋਲੀ ਯੂਜ਼ ਕਰਿਆ ਨਾ। ਹਾਈਪਰਬੋਲੀ ਦਾ ਮਤਲਬ ਹੁੰਦਾ ਜਦੋਂ ਬਹੁਤ ਹੀ ਜ਼ਿਆਦਾ ਵਧਾ ਚੜਾ ਕੇ ਕੋਈ ਗੱਲ ਬੋਲਦਾ ਤਾਂ ਅਸੀਂ ਉਸਨੂੰ ਹਾਈਪਰਬੋਲੀ ਕਹਿੰਦੇ ਹਾਂ। ਤਾਂ ਇੱਥੇ ਉਸਨੇ ਐਗਜ਼ੈਜਰੇਸ਼ਨ ਯੂਜ਼ ਕੀਤੀ ਹੈ। ਕਹਿਣ ਦਾ ਮਤਲਬ ਕੀ ਹੈ ਕਿ ਅੱਖਾਂ ਸੁੱਜ ਗਈਆਂ ਉਹਨਾਂ 6 ਬੱਚਿਆਂ ਦੀਆਂ। ਉਹ ਅੱਖਾਂ ਬਾਹਰ ਨਹੀਂ ਆਈਆਂ, ਬਾਹਰ ਨਹੀਂ ਡਿੱਗੀਆਂ ਫਲੋਰ ਤੇ। ਕਹਿਣ ਦਾ ਮਤਲਬ ਮੈਂ ਕਿਸ ਦੇ ਘਰ ਗਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜੇ ਉਹ ਜਿਹੜੇ 6 ਬੱਚੇ ਬੈਠੇ ਸੀ ਉਹਨਾਂ ਦੀਆਂ ਅੱਖਾਂ ਟੀਵੀ ਦੇਖ ਕੇ ਸੁੱਜ ਗਈਆਂ, ਵੀ ਇੰਨਾ ਟੀਵੀ ਦੇਖ ਰਹੇ ਨੇ। ਤਾਂ ਇਹ ਪੂਰੇ ਪੈਰੇ ਦੇ ਵਿੱਚ ਬੱਚਿਓ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ, ਇਸ ਸਟੈਂਜ਼ੇ ਦੇ ਵਿੱਚ ਕਲੀਅਰ ਹੋ ਗਿਆ ਹੋਣਾ ਕਿ ਇਹ ਜਿਹੜੀ ਪੋਇਮ ਦਾ ਟੋਨ ਕੀ ਹੈ। ਪੋਇਮ ਦਾ ਟੋਨ ਇਹ ਹੈ ਕਿ ਬੱਚਿਆਂ ਨੂੰ ਟੀਵੀ ਕੋਲੇ ਨਾ ਜਾਣ ਦਿਓ। ਟੈਲੀਵਿਜ਼ਨ ਜਿਹੜਾ ਹੈ ਉਹ ਬੱਚਿਆਂ ਦੇ ਲਈ ਹਾਨੀਕਾਰਕ ਹੈ, ਉਹਨਾਂ ਦੀ ਸਿਹਤ ਲਈ ਠੀਕ ਨਹੀਂ ਹੈ। ਕਵੀ ਅੱਗੇ ਕਹਿੰਦਾ ਹੈ ਦੇ ਸਿਟ ਐਂਡ ਸਿਟ ਅੰਟਿਲ ਦੇ ਆਰ ਹਿਪਨੋਟਾਈਜ਼ਡ ਬਾਈ ਇਟ। ਕਹਿੰਦੇ ਉਹ ਬੈਠੇ ਰਹਿੰਦੇ ਨੇ, ਦੇਖੀ ਜਾਂਦੇ ਨੇ। ਦੇਖੋ ਫੇਰ ਸਟੇਅਰ ਐਂਡ ਸਿਟ ਦੋ ਦੋ ਵਾਰੀ ਯੂਜ਼ ਹੋ ਰਿਹਾ, ਐਗਜ਼ੈਜਰੇਸ਼ਨ ਯੂਜ਼ ਹੋ ਰਹੀ ਹੈ। ਤਾਂ ਬੈਠੇ ਰਹਿੰਦੇ ਨੇ, ਦੇਖਦੇ ਰਹਿੰਦੇ ਨੇ ਟੀਵੀ ਨੂੰ। ਉਦੋਂ ਤੱਕ ਦੇਖਦੇ ਰਹਿੰਦੇ ਨੇ ਜਦ ਤੱਕ ਉਹ ਉਹਦੇ ਦੁਆਰਾ ਹਿਪਨੋਟਾਈਜ਼ ਨਹੀਂ ਹੋ ਜਾਂਦੇ ਨਾ। ਉਹ ਹਿਪਨੋਟਾਈਜ਼ ਕੀ ਹੁੰਦਾ ਹੈ? ਹਿਪਨੋਟਾਈਜ਼ ਦਾ ਮਤਲਬ ਹੁੰਦਾ ਬੇਟਾ ਪੰਜਾਬੀ 'ਚ ਸਮੋਹਿਤ ਹੋ ਜਾਣਾ, ਸਮੋਹਿਤ ਹੋਣਾ। ਸਮੋਹਿਤ ਕਿਉਂ ਹੋਣਾ ਕੀ ਹੁੰਦਾ? ਆਪਾਂ ਪਿਕਚਰਾਂ 'ਚ ਦੇਖਿਆ ਹੋਇਆ ਹੈ, ਇੱਕ ਬਾਬਾ ਜੀ ਹੁੰਦੇ ਨੇ, ਉਹ ਤਵੀਤ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ ਬੱਚੇ ਦੇ ਅੱਗੇ। ਉਹ ਬੱਚੇ ਨੂੰ ਕਹਿੰਦੇ ਨੇ ਕਿ ਲੈ ਬੱਚਾ ਤਵੀਤ ਦੇਖੀ ਜਾ। ਉਹ ਤਵੀਤ ਜਿਹਾ ਹੁੰਦਾ, ਉਹਨੂੰ ਹਿਲਾਈ ਜਾਂਦੇ ਨੇ, ਉਹ ਬੱਚਾ ਉਹਦੇ ਵੱਲ ਦੇਖੀ ਜਾਂਦਾ। ਉਸ ਤੋਂ ਬਾਅਦ ਉਹ ਜਿਹੜਾ ਬੱਚਾ ਹੁੰਦਾ ਉਹ ਜਿਵੇਂ ਬਾਬਾ ਕਹੀ ਜਾਂਦਾ ਉਵੇਂ ਕਰੀ ਜਾਂਦਾ। ਤਾਂ ਉਹਦਾ ਮਤਲਬ ਇਹ ਹੋਇਆ ਕਿ ਬਾਬੇ ਨੇ ਉਸ ਬੱਚੇ ਨੂੰ ਸਮੋਹਿਤ ਕਰ ਲਿਆ। ਇਹਨੂੰ ਸਮੋਹਨ ਕਰਨਾ ਵੀ ਕਹਿੰਦੇ ਨੇ। ਤਾਂ ਇਹ ਮਤਲਬ ਹੋਇਆ ਜੀ ਹਿਪਨੋਟਾਈਜ਼ਡ। ਕਹਿੰਦੇ ਉਹ ਹਿਪਨੋਟਾਈਜ਼ਡ, ਟੀਵੀ ਉਹਨਾਂ ਨੂੰ ਸਮੋਹਿਤ ਕਰ ਦਿੰਦਾ। ਮਤਲਬ ਇੱਥੇ ਹੁਣ ਜਿਹੜਾ ਟੀਵੀ ਹੈ ਉਹ ਬੱਚਿਆਂ ਨੂੰ ਆਪਣੇ ਅੰਦਰ ਆਪਣੇ ਕੰਟਰੋਲ 'ਚ ਲੈ ਰਿਹਾ ਹੈ। ਤੇ ਅੱਛਾ ਫਿਰ ਅੰਟਿਲ ਦੇ ਆਰ ਐਬਸੋਲਿਊਟਲੀ ਡਰੰਕ। ਕਹਿੰਦੇ ਫਿਰ ਦੇਖੋ ਹੁਣ ਬੱਚਿਆਂ ਨੂੰ ਇੱਥੇ ਡਰੰਕ ਕਿਹਾ ਗਿਆ ਨਾ। ਡਰੰਕ ਦਾ ਮਤਲਬ ਇੱਥੇ ਇਹ ਨਹੀਂ ਕਿ ਮਤਲਬ ਕਿ ਜਿਵੇਂ ਕੋਈ ਸ਼ਰਾਬ ਪੀ ਲੈਂਦਾ, ਲੇਕਿਨ ਜਦੋਂ ਇੱਕ ਸ਼ਰਾਬੀ ਹੁੰਦਾ ਹੈ ਨਾ ਤਾਂ ਉਹ ਜਦੋਂ ਪੀ ਲੈਂਦਾ ਬਹੁਤਾ ਜ਼ਿਆਦਾ, ਤਾਂ ਉਸ ਟਾਈਮ ਉਸਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਰ ਕੀ ਰਿਹਾ। ਉਹ ਆਪਣੇ ਹੀ ਅੰਦਰ, ਆਪਣੇ ਦਿਮਾਗ ਦੇ ਅੰਦਰ ਇੱਕ ਦੁਨੀਆ ਵਸਾ ਲੈਂਦਾ ਹੈ। ਬਿਲਕੁਲ ਬੱਚਿਆਂ ਨਾਲ ਵੀ ਉਹੀ ਕੁਛ ਹੁੰਦਾ ਹੈ। ਬੱਚੇ ਜਦੋਂ ਟੀਵੀ ਨੂੰ ਬਾਰ-ਬਾਰ ਦੇਖੀ ਜਾਂਦੇ ਨੇ ਤਾਂ ਉਹ ਟੀਵੀ ਦੀ ਦੁਨੀਆ 'ਚ ਹੀ ਆ ਜਾਂਦੇ ਨੇ। ਤਾਂ ਉਹਨਾਂ ਨੂੰ ਟੀਵੀ ਦੀ ਦੁਨੀਆ ਅਲੱਗ ਹੀ ਨਜ਼ਰ ਆਉਂਦੀ ਹੈ। ਉਹ ਕੁਝ ਸੋਚ ਹੀ ਨਹੀਂ ਪਾਉਂਦੇ, ਉਹ ਟੀਵੀ ਦੀ ਦੁਨੀਆ 'ਚ ਹੀ ਰਹਿੰਦੇ ਨੇ। ਤਾਂ ਇਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਹੈ ਕਿ ਬੱਚੇ ਸਮੋਹਿਤ ਹੋ ਗਏ, ਬੱਚੇ ਇਸ ਤਰ੍ਹਾਂ ਦੇ ਹੋ ਗਏ।
ਅੱਛਾ ਫਿਰ ਅੱਗੇ ਕੀ ਕਿਹਾ ਵਿਦ ਆਲ ਦੈਟ ਸ਼ੋਕਿੰਗ ਘਾਸਟਲੀ ਜੰਕ ਨਾ ਇਹ ਜਿਹੜੇ ਦੋ ਵਰਡਸ ਤੁਸੀਂ ਧਿਆਨ ਦਿਓ ਘਾਸਟਲੀ ਜੰਕ ਨਾ ਉਹ ਘਾਸਟਲੀ ਦਾ ਮਤਲਬ ਹੁੰਦਾ ਹੈ ਡੇਂਜਰਸ ਠੀਕ ਹੈ ਮੈਂ ਇਸ ਦਾ ਮਤਲਬ ਪਾ ਦਿੰਦੇ ਡੇਂਜਰਸ ਮਤਲਬ ਖਤਰਨਾਕ ਠੀਕ ਹੈ ਜੰਕ ਦਾ ਮਤਲਬ ਹੁੰਦਾ ਹੈ ਜੀ ਮਤਲਬ ਬੇਕਾਰ ਦੀਆਂ ਚੀਜ਼ਾਂ ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਟਰੈਸ਼ ਠੀਕ ਹੈ ਤਾਂ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਉਹ ਘਾਸਟਲੀ ਜੰਕ ਦੀਆਂ ਦੇਖੀ ਜਾਂਦੇ ਨੇ ਜਿਹੜੀਆਂ ਸ਼ੌਕਿੰਗ ਕਰਨ ਵਾਲੀਆਂ ਨੇ ਜੋ ਉਸ ਟੀਵੀ 'ਚ ਆ ਰਹੀਆਂ ਨੇ ਹੁਣ ਇੱਥੇ ਤੁਸੀਂ ਦੇਖੋ ਕਵੀ ਨੇ ਪਹਿਲਾਂ ਪਿਛਲੇ ਸਟੈਂਜ਼ੇ ਦੇ ਵਿੱਚ ਟੀਵੀ ਨੂੰ ਕੀ ਕਿਹਾ ਸੀ ਇਡੀਓਟਿਕ ਥਿੰਗ ਹੈ ਨਾ ਹੁਣ ਉਹ ਇੱਥੇ ਕੀ ਕਹਿ ਰਿਹਾ ਘਾਸਟਲੀ ਜੰਕ ਤਾਂ ਮੈਂ ਤੁਹਾਨੂੰ ਮਾਈਂਡ ਮੈਪ 'ਚ ਦੱਸਿਆ ਸੀਗਾ ਕਿ ਕਵੀ ਨੇ ਹਾਰਸ਼ ਵਰਡਸ ਯੂਜ਼ ਕੀਤੇ ਉਹਨੇ ਸਟਰੋਂਗ ਲੈਂਗੁਏਜ ਯੂਜ਼ ਕੀਤੀ ਹੋਈ ਹੈ ਤਾਂ ਇਹ ਉਹਦੀ ਐਗਜ਼ਾਮਪਲ ਹੈ ਘਾਸਟਲੀ ਜੰਕ ਹੋ ਗਏ ਇਡੀਓਟਿਕ ਥਿੰਗ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਸਟਰੋਂਗ ਲੈਂਗੁਏਜ 'ਚ ਆਉਂਦੀਆਂ ਨੇ ਜੋ ਟੀਵੀ ਲਈ ਯੂਜ਼ ਕੀਤੀਆਂ ਗਈਆਂ ਨੇ ਫਿਰ ਉਹ ਕਹਿੰਦਾ ਹਾਂ ਇਹ ਗੱਲ ਠੀਕ ਹੈ ਓ ਯੈਸ ਵੀ ਨੋ ਇਟ ਕੀਪਸ them still they don't climb out the window sill ਤਾਂ ਦੇਖੋ ਤੁਸੀਂ ਇੱਥੇ ਕਵੀ ਨੇ ਰਾਈਮਿੰਗ ਵੀ ਯੂਜ਼ ਕੀਤੀ ਹੋਈ ਹੈ ਸਟਿਲ ਸਿਲ ਉੱਪਰ ਵੀ ਯੂਜ਼ ਪਿਛਲੇ ਸਟੈਂਜ਼ਸ ਵੀ ਉਸਨੇ ਇਸ ਤਰ੍ਹਾਂ ਦੀ ਰਾਈਮਿੰਗ ਯੂਜ਼ ਕੀਤੀ ਹੈ ਤਾਂ ਉਹ ਕਹਿੰਦਾ ਹਾਂ ਇਹ ਗੱਲ ਠੀਕ ਹੈ ਕਿ ਜਿਹੜਾ ਟੀਵੀ ਹੈ ਨਾ ਬੱਚਿਆਂ ਨੂੰ ਬੰਨ ਕੇ ਬਿਠਾਈ ਰੱਖਦਾ ਹੈ ਵੀ ਨੋ ਇਟ ਕੀਪਸ them still ਬੰਨ ਕੇ ਬਿਠਾਈ ਰੱਖਦਾ ਉਹਨਾਂ ਨੂੰ ਹਿੱਲਣ ਨਹੀਂ ਦਿੰਦਾ ਸਟਿਲ ਦਾ ਮਤਲਬ ਜਦ ਆਪਾਂ ਬਿਲਕੁਲ ਸਥਿਰ ਰਹੀਏ ਹਿੱਲੀਏ ਹੀ ਨਾ ਦੇ ਡੋਂਟ ਕਲਾਈਂਬ ਆਊਟ ਦਾ ਵਿੰਡੋ ਸਿਲ ਨਾ ਵਿੰਡੋ ਸਿਲ ਦਾ ਮਤਲਬ ਹੁੰਦਾ ਜਿਵੇਂ ਬੱਚੇ ਨੂੰ ਤੁਸੀਂ ਮੰਨ ਲਓ ਫੜ ਕੇ ਬਿਠਾ ਦੋ ਲੈ ਕਾਕਾ ਤੂੰ ਅੱਜ ਬਾਹਰ ਨਹੀਂ ਜਾਣਾ ਤਾਂ ਬੱਚੇ ਦਾ ਕੀ ਹੁੰਦਾ ਹੈ ਵੀ ਉਹ ਜਿਸ ਚੀਜ਼ ਤੋਂ ਤੁਸੀਂ ਰੋਕਦੇ ਹੋ ਉਸ ਨੂੰ ਚੀਜ਼ ਕਰਨ ਨੂੰ ਉਹਦਾ ਜੀ ਕਰਦਾ ਤਾਂ ਫਿਰ ਉਹ ਖਿੜਕੀਆਂ ਚੋਂ ਜਾਂ ਦਰਵਾਜ਼ੇ ਚੋਂ ਭੱਜ ਹੀ ਜਾਂਦਾ ਹੈ ਆਪਾਂ ਉਸ ਨੂੰ ਰੋਕ ਕੇ ਰੱਖ ਨਹੀਂ ਸਕਦੇ ਪਰ ਜਦੋਂ ਟੀਵੀ ਚੱਲਦਾ ਹੋਵੇ we know it keeps them still they don't climb out the window sill sill ਦਾ ਮਤਲਬ ਦਹਲੀਜ਼ ਨੂੰ ਕਿਹਾ ਜਾਂਦਾ ਹੁੰਦਾ ਜਿਵੇਂ ਦਰਵਾਜ਼ੇ ਦੀ ਦਹਲੀਜ਼ ਹੁੰਦੀ ਹੈ ਵਿੰਡੋ ਦੀ ਦਹਲੀਜ਼ ਹੁੰਦੀ ਹੈ ਨਾ ਤੇ ਕਹਿੰਦੇ ਉਹ ਵਿੰਡੋਜ਼ ਨੂੰ ਪਾਰ ਨਹੀਂ ਕਰਦੇ ਕਲਾਈਂਬ ਆਊਟ ਉਸ ਤੋਂ ਮਤਲਬ ਕਿ ਉਸ ਨੂੰ ਭੱਜ ਕੇ ਪਾਰ ਨਹੀਂ ਕਰਦੇ ਉਸ ਚੋਂ ਨਹੀਂ ਲੰਘਦੇ ਅੱਛਾ ਫਿਰ ਜੇ ਟੀਵੀ ਚੱਲਦਾ ਹੋਵੇ they never fight or kick or punch ਕਦੇ ਵੀ ਲੜਦੇ ਨਹੀਂ ਤੁਸੀਂ ਚਾਰ ਬੱਚੇ ਬਿਠਾ ਦਿਓ ਟੀਵੀ ਚਲਾ ਦਿਓ ਕਾਰਟੂਨ ਨੈਟਵਰਕ ਚੱਲ ਰਿਹਾ ਹੈ ਛੋਟਾ ਭੀਮ ਚੱਲ ਰਿਹਾ ਕਦੇ ਨਹੀਂ ਲੜਨਗੇ ਆਪਸ 'ਚ ਨਾ ਇੱਕ ਦੂਜੇ ਨੂੰ ਕਿੱਕ ਮਾਰਨਗੇ ਨਾ ਇੱਕ ਦੂਜੇ ਨੂੰ ਪੰਚ ਮੁੱਕੇ ਮਾਰਨਗੇ ਦੇ ਲੀਵ ਯੂ ਫ੍ਰੀ ਟੂ ਕੁਕ ਦਾ ਲੰਚ ਮਾਤਾਵਾਂ ਲਈ ਬੜੀ ਵਧੀਆ ਗੱਲ ਹੋ ਜਾਂਦੀ ਹੈ ਬੱਚੇ ਨੂੰ ਟੀਵੀ ਦੇ ਅੱਗੇ ਬਿਠਾਤਾ ਆਪ ਆਪਣਾ ਲੰਚ ਬਣਾਉਣ ਲੱਗੇ ਆਪਣਾ ਖਾਣਾ ਤਿਆਰ ਕਰਨ ਲੱਗੇ ਕਿਉਂ ਪਤਾ ਹੈ ਬੱਚਾ ਟੀਵੀ ਦੇਖ ਰਿਹਾ ਹੈ ਬੱਚੇ ਨੇ ਲੜਨਾ ਨਹੀਂ ਕੋਈ ਸ਼ਰਾਰਤ ਨਹੀਂ ਕਰਨੀ ਆਪਾਂ ਫ੍ਰੀ ਹੈ ਆਪਾਂ ਆਪਣਾ ਘਰ ਦੇ ਕੰਮ ਕਰੋ ਐਂਡ ਵਾਸ਼ ਦਾ ਡਿਸ਼ਿਜ਼ ਇਨ ਦਾ ਸਿੰਕ ਚਾਹੇ ਆਪਾਂ ਲੰਚ ਬਣਾਓ ਘਰਦਿਆਂ ਲਈ ਚਾਹੇ ਆਪਾਂ ਜਿਹੜੀਆਂ ਡਿਸ਼ਿਜ਼ ਨੇ ਜੋ ਭਾਂਡੇ ਨੇ ਉਹਨਾਂ ਨੂੰ ਸਿੰਕ 'ਚ ਧੋਵੋ ਉਹਦੇ 'ਚ ਧੋਵੋ ਬਟ ਡਿਡ ਯੂ ਐਵਰ ਸਟਾਪ ਟੂ ਥਿੰਕ ਹੁਣ ਇੱਥੇ ਕਵੀ ਕੁਐਸਚਨ ਪੁੱਛ ਰਿਹਾ ਹੈ ਉਹਨਾਂ ਮਾਤਾਵਾਂ ਨੂੰ ਉਹਨਾਂ ਪੇਰੈਂਟਸ ਨੂੰ ਜਿਹੜੇ ਬੱਚਿਆਂ ਨੂੰ ਟੀਵੀ ਦੇ ਅੱਗੇ ਬਿਠਾ ਦਿੰਦੇ ਨੇ ਤੇ ਆਪਣਾ ਕੰਮ ਕਰੀ ਜਾਂਦੇ ਨੇ ਬਟ ਡਿਡ ਯੂ ਐਵਰ ਸਟਾਪ ਟੂ ਥਿੰਕ ਕੀ ਤੁਸੀਂ ਕਦੇ ਇਹ ਸੋਚਿਆ ਕਦੇ ਇਸ ਵੱਲ ਤੁਹਾਡਾ ਧਿਆਨ ਗਿਆ ਕੀ ਕੁਐਸਚਨ ਹੈ ਟੂ ਵੰਡਰ ਜਸਟ ਐਗਜ਼ੈਕਟਲੀ ਵਟ ਦਿਸ ਡਸ ਟੂ ਯੋਰ ਬਿਲਵਡ ਟਾਟ ਹੁਣ ਇੱਥੇ ਉਹ ਕਹਿੰਦਾ ਹੈ ਕਿ ਕੀ ਕਦੇ ਤੁਸੀਂ ਸੋਚਿਆ ਕਦੇ ਤੁਹਾਡਾ ਧਿਆਨ ਗਿਆ ਤੁਸੀਂ ਕਦੇ ਹੈਰਾਨ ਹੋਏ ਹੋ ਕਿ ਜਿਹੜਾ ਤੁਹਾਡਾ ਪਿਆਰਾ ਬੱਚਾ ਹੈ ਬਿਲਵਡ ਦਾ ਮਤਲਬ ਪਿਆਰਾ ਟੌਟ ਦਾ ਮਤਲਬ ਚਾਈਲਡ ਸਮਾਲ ਚਾਈਲਡ ਜਿਹੜਾ ਤੁਹਾਡਾ ਛੋਟਾ ਬੱਚਾ ਹੈ ਉਸ ਦਾ ਇਸ ਤੇ ਅਸਰ ਕੀ ਪੈ ਰਿਹਾ ਹੈ ਟੀਵੀ ਦਾ ਕੀ ਤੁਹਾਨੂੰ ਇਸ ਦੇ ਬਾਰੇ ਪਤਾ ਹੈ ਤੁਸੀਂ ਆਪਣੇ ਬੱਚੇ ਨੂੰ ਟੀਵੀ ਦੇ ਅੱਗੇ ਤਾਂ ਬਿਠਾਤਾ ਬੰਨ ਕੇ ਆਪਣੇ ਕੰਮ ਵੀ ਕਰਨ ਲੱਗੇ ਪਰ ਕੀ ਤੁਸੀਂ ਸੋਚਿਆ ਕਿ ਤੁਹਾਨੂੰ ਤੁਹਾਡੇ ਇਸ ਬੱਚੇ ਦੇ ਉੱਪਰ ਉਸ ਟੈਲੀਵਿਜ਼ਨ ਦਾ ਉਸ ਘਾਸਟਲੀ ਜੰਕ ਦਾ ਉਸ ਇਡੀਓਟਿਕ ਥਿੰਗ ਦਾ ਕੀ ਅਸਰ ਪੈ ਰਿਹਾ ਹੈ ਅੱਗੇ ਵਧਦੇ ਹਾਂ ਜੀ ਹੁਣ ਕਵੀ ਅੱਗੇ ਕਹਿੰਦਾ ਦੇਖੋ ਹੁਣ ਤੁਸੀਂ ਇਹ ਲਾਈਨਸ ਦੇਖੋ ਇਸ ਦੇ ਵਿੱਚ ਉਸਨੇ ਸਾਰੀ ਲਾਈਨਸ ਦੇ ਵਿੱਚ ਵੱਡੇ ਕੈਪੀਟਲ ਜਿਹਨੂੰ ਆਪਾਂ ਕੈਪੀਟਲ ਲੈਟਰਸ ਹੈ ਉਹ ਯੂਜ਼ ਕੀਤੇ ਹੈ ਹੁਣ ਉਸਨੇ ਕਿਉਂ ਕੀਤਾ ਹੈ ਇਸ ਦੇ ਕਾਰਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਐਗਜ਼ੈਜਰੇਸ਼ਨ ਹੈ ਕਿਉਂਕਿ ਉਸਨੇ ਇਸ ਚੀਜ਼ ਨੂੰ ਆਪਣੀ ਗੱਲ ਨੂੰ ਜ਼ਿਆਦਾ ਪ੍ਰਭਾਵ ਪਾਉਣ ਦੇ ਲਈ ਜਿਸ ਨੂੰ ਆਪਾਂ ਇੰਗਲਿਸ਼ 'ਚ ਇੰਫੇਸਿਸ ਕਹਿੰਦੇ ਆ ਉਹ ਕਰਨ ਦੇ ਲਈ ਇਸ ਨੇ ਸਾਰੇ ਅੱਖਰ ਵੱਡੇ ਯੂਜ਼ ਕੀਤੇ ਆ ਚਲੋ ਆਪਾਂ ਇਸ ਟੈਂਜ਼ੇ ਨੂੰ ਪੜ੍ਹਦੇ ਹਾਂ ਕਹਿੰਦੇ ਇਟ ਰੋਟਸ ਦਾ ਸੈਂਸ ਇਨ ਦਾ ਹੈਡ ਇਟ ਕਿਲਸ ਇਮੈਜੀਨੇਸ਼ਨ ਡੈਡ ਹੁਣ ਉਸਨੇ ਇਸ ਤੋਂ ਪਹਿਲਾਂ ਬੱਚਿਆਂ ਦੇ ਮਾਪੇ ਨੂੰ ਇਸ ਕਵੀ ਨੇ ਇੱਕ ਕੁਐਸਚਨ ਪੁੱਛਿਆ ਸੀ ਕਿ ਕੀ ਤੁਹਾਨੂੰ ਅੰਦਾਜ਼ਾ ਹੈ ਕਿ ਬੱਚਿਆਂ ਦਾ ਟੀਵੀ ਦੇਖ ਕੇ ਕਿੰਨਾ ਨੁਕਸਾਨ ਹੋ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਬੱਚਾ ਚੁੱਪ ਕਰਕੇ ਬੈਠਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਬੱਚੇ ਦੇ ਅਸਰ ਕੀ ਪੈ ਰਿਹਾ ਟੀਵੀ ਦਾ ਉਹ ਕਹਿੰਦਾ ਇਟ ਰੋਟਸ ਦਾ ਸੈਂਸ ਇਨ ਦਾ ਹੈਡ ਇਟ ਇੱਥੇ ਟੀਵੀ ਨੂੰ ਕਿਹਾ ਗਿਆ ਹੈ ਠੀਕ ਹੈ ਕਿ ਜਿਹੜਾ ਟੀਵੀ ਹੈ ਇਹ ਉਸਦੀ ਹੈਡ ਜਿਹੜਾ ਉਸਦਾ ਦਿਮਾਗ ਹੈ ਜੋ ਉਸਦਾ ਸਿਰ ਹੈ ਉਸਦੀ ਸੈਂਸ ਉਸਦੇ ਵਿਚਲੀ ਜਿਹੜੀ ਸੈਂਸ ਹੈ ਉਸਦੀ ਜੋ ਸੋਚਣ ਸ਼ਕਤੀ ਹੈ ਉਸ ਨੂੰ ਰੌਟ ਕਰ ਰਿਹਾ ਹੈ ਰੌਟ ਦਾ ਮਤਲਬ ਹੁੰਦਾ ਜੀ ਖਤਮ ਕਰ ਦੇਣਾ ਜੰਗ ਲਾ ਦੇਣਾ ਮਤਲਬ ਖਤਮ ਹੋ ਜਾਵੇ ਜਿਸ ਨੂੰ ਰੌਟਸ ਮਤਲਬ ਮੈਂ ਗਲ ਸੜ ਜਾਵੇ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਕਹਿੰਦੇ ਆ ਜੀ ਰੌਟਸ ਕਹਿੰਦੇ ਉਸਨੇ ਉਸਦੀ ਸੋਚਣ ਦੀ ਸ਼ਕਤੀ ਉਹ ਖਤਮ ਕਰਤੀ ਟੀਵੀ ਨੇ
ਇਟ ਕਿਲਸ ਇਮੈਜੀਨੇਸ਼ਨ। ਡੈਡ ਅੱਗੇ ਉਹ ਕਹਿ ਰਿਹਾ ਹੈ ਕਿ ਉਸ ਦੀ ਜਿਹੜੀ ਬੱਚੇ ਦੀ ਇਮੈਜੀਨੇਸ਼ਨ ਹੈ, ਜੋ ਇਮੈਜੀਨੇਸ਼ਨ ਦਾ ਮਤਲਬ ਹੁੰਦਾ ਹੈ ਕੋਈ ਕੋਈ ਖਿਆਲ ਹੈ ਨਾ, ਕੋਈ ਕਿਸੇ ਤਰ੍ਹਾਂ ਦਾ ਆਪਣੇ ਦਿਮਾਗ ਦੇ ਅੰਦਰ ਕੋਈ ਖਿਆਲ ਆਵੇ, ਇਮੇਜਿਨ ਕਰੀਏ ਆਪਾਂ, ਉਹਨੂੰ ਉਹਨੇ ਖਤਮ ਕਰਤਾ ਕਿਉਂਕਿ ਟੀਵੀ ਨੂੰ ਦੇਖੀ ਜਾ ਰਿਹਾ ਹੈ। ਟੀਵੀ ਨੂੰ ਦੇਖ ਕੇ ਇਮੈਜੀਨੇਸ਼ਨ ਖਤਮ ਹੁੰਦੀ ਹੈ, ਬਿਕੋਜ਼ ਟੀਵੀ ਤੁਹਾਨੂੰ ਜੋ ਦਿਖਾ ਰਿਹਾ ਹੈ ਤੁਸੀਂ ਉਹਦੇ ਬਾਰੇ ਹੀ ਸੋਚਦੇ ਹੋ। ਬਸ ਮਤਲਬ ਜੋ ਤੁਹਾਨੂੰ ਪਰੋਸ ਕੇ ਟੀਵੀ ਦੇਈ ਜਾ ਰਿਹਾ ਤੁਸੀਂ ਉਹਨੂੰ ਦੇਖਦੇ ਜਾ ਰਹੇ ਹੋ, ਕੁਝ ਸੋਚ ਹੀ ਨਹੀਂ ਰਹੇ, ਬਸ ਉਸ ਨੂੰ ਦੇਖੀ ਜਾ ਰਹੇ ਹੋ। ਫਿਰ ਉਹ ਕਹਿੰਦਾ ਹੈ ਇਟ ਕਲੌਗਸ ਐਂਡ ਕਲਟਰਸ ਅਪ ਦਾ ਮਾਈਂਡ। ਉਹ ਕਹਿੰਦਾ ਹੈ ਕਿ ਜਿਹੜਾ ਤੁਹਾਡਾ ਮਨ ਹੈ ਉਸ ਦੇ ਵਿੱਚ ਉਸਨੇ ਇੰਨਾ ਕੂੜ ਕਬਾੜ ਭਰਤਾ, ਕਲੌਗਸ ਐਂਡ ਕਲਟਰਸ। ਨਾ ਕਲੌਗਸ ਐਂਡ ਕਲਟਰਸ ਦਾ ਮਤਲਬ ਹੁੰਦਾ ਹੈ, ਸਪੋਜ਼ ਕਰੋ ਜਿਵੇਂ ਆਪਣੀ ਕੋਈ ਕਿਚਨ ਦੇ ਵਿੱਚ ਪਾਈਪ ਲੱਗੀ ਹੁੰਦੀ ਹੈ ਪਾਣੀ ਦੇ ਨਿਕਾਸ ਲਈ, ਉਹਦੇ ਵਿੱਚ ਬਹੁਤ ਜ਼ਿਆਦਾ ਕੂੜਾ ਕਰਕਟ ਜਾਂ ਕਚਰਾ ਜਾਂ ਭਰ ਜੇ ਹੈ ਨਾ, ਤਾਂ ਫਿਰ ਪਾਣੀ ਜਿਹੜਾ ਉਹ ਰੁਕ ਜਾਂਦਾ ਹੈ, ਪਾਣੀ ਜਾਂਦਾ ਨਹੀਂ। ਇਸੇ ਤਰ੍ਹਾਂ ਕਹਿੰਦੇ ਉਹਦੇ ਮਾਈਂਡ ਦੇ ਵਿੱਚ ਇਹ ਸਾਰਾ ਕੰਮ ਕਲੌਗਸ ਐਂਡ ਕਲਟਰਸ ਹੋ ਗਿਆ। ਕੀ ਜੋ ਬੇਕਾਰ ਦੀਆਂ ਗੱਲਾਂ ਟੀਵੀ ਉਹਦੇ ਦਿਮਾਗ 'ਚ ਪਾ ਰਿਹਾ ਹੈ, ਕੁਝ ਹੈ ਹੀ ਨਹੀਂ ਚੱਜ ਦੀ ਚੀਜ਼, ਐਨ ਉਹਦਾ ਜਿਹੜਾ ਮਨ ਹੈ ਉਹ ਭਰ ਗਿਆ ਬੇਕਾਰ ਦੀਆਂ ਗੱਲਾਂ ਦੇ ਨਾਲ, ਘਾਸਲੀ ਜੰਕ ਦੇ ਨਾਲ ਭਰ ਗਿਆ। ਇਟ ਮੇਕਸ ਅ ਚਾਈਲਡ ਸੋ ਡਲ ਐਂਡ ਬਲਾਈਂਡ। ਇਹ ਇਸ ਚੀਜ਼ ਨੇ, ਇਸ ਟੀਵੀ ਨੇ ਉਹ ਜਿਹੜਾ ਬੱਚਾ ਹੈ ਉਸ ਨੂੰ ਡਲ ਬਣਾਤਾ, ਜਮੇ ਡਫਰ ਬਣਾਤਾ, ਐਂਡ ਬਲਾਈਂਡ ਬਣਾਤਾ। ਹੁਣ ਬਲਾਈਂਡ ਦਾ ਮਤਲਬ ਅੰਨਾ, ਅੰਨਾ ਮਤਲਬ ਉਸ ਨੂੰ ਦਿਖਣਾ ਬੰਦ ਨਹੀਂ ਹੋਇਆ, ਇੱਥੇ ਬਲਾਈਂਡ ਦਾ ਮਤਲਬ ਉਸ ਦੀ ਜਿਹੜੀ ਨਜ਼ਰ ਸ਼ਕਤੀ ਹੈ ਉਹ ਕਮਜ਼ੋਰ ਵੀ ਹੋ ਰਹੀ ਹੈ। ਤੁਸੀਂ ਦੇਖੋ ਅੱਜ ਕੱਲ੍ਹ ਦੇ ਬੱਚਿਆਂ ਨੂੰ ਐਨਕਾਂ ਲੱਗ ਰਹੀਆਂ ਨੇ, ਠੀਕ ਹੈ ਨਾ। ਤਾਂ ਇੱਥੇ ਇਹ ਚੀਜ਼ ਜਿਹੜੀ ਹੈ ਉਹ ਕਵੀ ਉਸ ਵੱਲ ਇਸ਼ਾਰਾ ਕਰਦਾ ਹੈ ਕਿ ਟੀਵੀ ਬੱਚੇ ਦੇਖੀ ਜਾਂਦੇ ਨੇ ਤੇ ਦੇਖ ਦੇਖ ਕੇ ਐਨਕਾਂ ਲਵਾ ਲੈਂਦੇ ਨੇ, ਬਲਾਈਂਡ ਹੋ ਰਹੇ ਨੇ, ਡਲ ਹੋ ਰਹੇ ਨੇ, ਮਤਲਬ ਕਿ ਬਿਲਕੁਲ ਹੀ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾ। ਹੀ ਕੈਨ ਨੋ ਲੋਂਗਰ ਅੰਡਰਸਟੈਂਡ। ਕਹਿੰਦੇ ਉਹ ਕੋਈ ਅੰਡਰਸਟੈਂਡ ਹੀ ਨਹੀਂ ਕਰਦਾ, ਕੁਛ ਉਸ ਨੂੰ ਸਮਝਣ ਦੀ ਉਹਦੇ ਅੰਦਰ ਸ਼ਕਤੀ ਨਹੀਂ ਰਹੀ। ਹੁਣ ਜੇ ਤੁਸੀਂ ਦੇਖੋ ਨਾ ਇੱਥੇ ਵੀ ਰਾਈਮਿੰਗ ਬੜੀ ਪਿਆਰੀ ਯੂਜ਼ ਕੀਤੀ ਹੈ ਕਵੀ ਨੇ। ਹੈਡ ਡੈਡ, ਮਾਈਂਡ ਬਲਾਈਂਡ। ਹੈਡ ਉਹਦਾ ਡੈਡ ਹੋ ਗਿਆ, ਜਿਹੜੀ ਮਾਈਂਡ ਹੈ ਉਸਦੀ ਉਹ ਬਲਾਈਂਡ ਹੋ ਗਈ। ਤਾਂ ਬੜੀ ਬੜੀ ਸੋਹਣੀ ਇਸਨੇ ਕਵੀ ਨੇ ਰਾਈਮਿੰਗ ਯੂਜ਼ ਕੀਤੀ ਹੈ ਕਿ ਹੈਡ ਜਿਹੜਾ ਉਹ ਡੈਡ ਹੁੰਦਾ ਜਾ ਰਿਹਾ ਟੀਵੀ ਦੇਖ ਕੇ, ਮਾਈਂਡ ਜਿਹੜਾ ਬਲਾਈਂਡ ਹੁੰਦਾ ਜਾ ਰਿਹਾ ਹੈ, ਕੋਈ ਹੈ ਹੀ ਨਹੀਂ ਕੋਈ। ਹੁਣ ਤੁਸੀਂ ਦੇਖੋ ਬੱਚਿਓ, ਜਦੋਂ ਬੱਚਾ ਟੀਵੀ ਦੇਖਦਾ ਹੈ, ਟੀਵੀ ਦੇ ਅੱਗੇ ਉਸ ਨੂੰ ਜੋ ਪਰੋਸਿਆ ਜਾਂਦਾ ਹੈ ਉਹ ਉਸ ਨੂੰ ਉਵੇਂ ਸਵੀਕਾਰ ਕਰ ਲੈਂਦਾ ਹੈ, ਉਹ ਸੋਚਦਾ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਰਨਾ ਕੀ ਹੈ। ਅੱਗੇ ਵਧਦੇ ਹਾਂ, ਕਹਿੰਦੇ a fantasy, a fairyland, his brain becomes ਪਹਿਲਾਂ ਹੀ ਕਰਦੇ ਆ ਫੈਂਟਸੀ ਆ ਫੈਰੀਲੈਂਡ। ਕਹਿੰਦੇ ਇਸ ਤੋਂ ਪਹਿਲੀ ਇੱਕ ਲਾਈਨ ਸੀ ਕਿ ਹੀ ਕੈਨ ਨੋ ਲੋਂਗਰ ਅੰਡਰਸਟੈਂਡ ਅ ਫੈਂਟਸੀ ਆ ਫੈਰੀਲੈਂਡ, ਉਹਦੇ ਨਾਲ ਚੱਲ ਰਹੀ ਹੈ ਲਾਈਨ। ਫੈਂਟਸੀ ਦਾ ਮਤਲਬ ਹੁੰਦਾ ਬੇਟਾ ਜਦੋਂ ਕੋਈ ਬਹੁਤ ਹੀ ਜਿਵੇਂ ਪਰੀਆਂ ਦੀਆਂ ਕਥਾਵਾਂ ਹੁੰਦੀਆਂ ਨੇ, ਪਰੀਆਂ ਦੀਆਂ ਕਹਾਣੀਆਂ ਹੁੰਦੀਆਂ ਨੇ, ਫੈਰੀਲੈਂਡ ਪਰੀਆਂ ਦੇ ਦੇਸ਼ ਹੁੰਦੇ ਨੇ। ਪੁਰਾਣੇ ਲੋਕ ਸਾਡੇ ਜਿਹੜੇ ਸਾਨੂੰ ਕਹਾਣੀਆਂ ਸੁਣਾਉਂਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ, ਸਾਡੇ ਦਾਦੇ ਪੜਦਾਦੇ ਸਾਨੂੰ ਪਰੀਆਂ ਦੀਆਂ, ਦੇਵਤਿਆਂ ਦੀਆਂ ਕਹਾਣੀਆਂ ਸੁਣਾਉਣੀਆਂ। ਉਹ ਚੀਜ਼ਾਂ ਅੱਜ ਕੱਲ੍ਹ ਖਤਮ ਹੋ ਗਈਆਂ ਕਿਉਂਕਿ ਉਹ ਜਦੋਂ ਬੱਚਾ ਉਹ ਸੁਣਦਾ ਸੀਗਾ ਉਹ ਆਪਣੇ ਦਿਮਾਗ ਦੇ ਅੰਦਰ ਸੋਚਦਾ ਸੀਗਾ ਕਿ ਇੱਦਾਂ ਦੀ ਪਰੀ ਹੋਊਗੀ, ਇਸ ਤਰ੍ਹਾਂ ਦੀ ਹੋਊਗੀ। ਅੱਜ ਕੱਲ੍ਹ ਕੀ ਹੁੰਦਾ, ਟੀਵੀ 'ਚ ਇੱਕ ਪਰੀ ਦਿਖਾ ਦਿੱਤੀ ਜਾਂਦੀ ਹੈ, ਉਹ ਬਸ ਉਹਦੇ ਬਾਰੇ ਹੀ ਸੋਚਦਾ ਹੈ, ਉਹਨੂੰ ਹੀ ਦੇਖ ਕੇ। ਹੁਣ ਉਹਦੇ 'ਚ ਜਿਹੜੀ ਮਰਜ਼ੀ ਹੀਰੋਇਨ ਦਿਖਾ ਦਿਓ ਟੀਵੀ ਦੇ ਵਿੱਚ, ਉਹਨੂੰ ਪਰੀ ਬਣਾ ਕੇ ਤੁਸੀਂ ਬੱਚੇ ਦੇ ਅੱਗੇ ਪੇਸ਼ ਕਰ ਦਿਓ। ਜਦੋਂ ਵੀ ਪਰੀ ਦੀ ਗੱਲ ਹੋਊਗੀ ਉਹ ਬੱਚਾ ਉਸੇ ਹੀਰੋਇਨ ਦੇ ਬਾਰੇ ਸੋਚੂਗਾ ਕਿ ਹਾਂ ਉਹ ਹੀਰੋਇਨ ਪਰੀ ਬਣ ਕੇ ਆਈ ਸੀ। ਕਹਿਣ ਦਾ ਮਤਲਬ ਪਰੀ ਬਾਰੇ ਨਹੀਂ ਸੋਚੂਗਾ, ਉਹ ਉਸਨੂੰ ਉਹ ਐਕਟਰਸ ਹੀ ਦਿਖਦੀ ਹੈ। ਤਾਂ ਕਹਿਣ ਦਾ ਮਤਲਬ ਇੱਥੇ ਨਾ ਜਿਹੜੀ ਚੀਜ਼ ਹੈ ਬੜੀ ਸੋਹਣੀ ਲਿਖੀ ਹੋਈ ਹੈ ਕਿ ਬੱਚਿਆਂ ਦੇ ਅੰਦਰ ਇਮੈਜੀਨੇਸ਼ਨ ਡੈਡ ਹੋ ਗਈ। ਜੇ ਇਹੀ ਉਸਨੂੰ ਤੁਸੀਂ ਕਹਾਣੀ ਸੁਣਾਓ, ਠੀਕ ਹੈ, ਤਾਂ ਉਹ ਆਪਣੇ ਤਰੀਕੇ ਦੇ ਨਾਲ ਸੋਚੇਗਾ ਕਿ ਪਰੀ ਕਿੱਦਾਂ ਦੀ ਹੋਏਗੀ, ਅਦਰਵਾਈਜ਼ ਤਾਂ ਸੋਚਣ ਸ਼ਕਤੀ ਡੈਡ ਕਰਤੀ ਟੀਵੀ ਨੇ। ਹੁਣ ਅੱਗੇ ਦੇਖੋ, ਕਹਿੰਦੇ ਹਿਜ਼ ਬ੍ਰੇਨ ਬਿਕਮਸ ਐਜ਼ ਸੌਫਟ ਐਜ਼ ਚੀਜ਼, ਹਿਜ਼ ਪਾਵਰਸ ਆਫ ਥਿੰਕਿੰਗ ਰਸਟ ਐਂਡ ਫਰੀਜ਼, ਹੀ ਕੈਨ ਨੋਟ ਥਿੰਕ, ਹੀ ਓਨਲੀ ਸੀਜ਼। ਫੇਰ ਰਾਈਮਿੰਗ ਦੇਖੋ, ਚੀਜ਼ ਫਰੀਜ਼ ਐਂਡ ਸੀਜ਼। ਹੁਣ ਕਹਿੰਦੇ ਉਹਦਾ ਜਿਹੜਾ ਬ੍ਰੇਨ ਹੈ, ਉਸ ਦਾ ਦਿਮਾਗ ਹੈ, ਉਹ ਇੰਨਾ ਸੌਫਟ ਹੋ ਗਿਆ ਟੀਵੀ ਦੇਖ ਦੇਖ ਕੇ ਜਿੰਨਾ ਕਿ ਚੀਜ਼ ਹੋ ਜਾਂਦਾ ਹੈ। ਆਪਾਂ ਕਹਿੰਦੇ ਸੇ ਚੀਜ਼, ਠੀਕ ਹੈ, ਚੀਜ਼ ਖਾਣ ਵਾਲੀ ਚੀਜ਼ ਹੈ, ਤਾਂ ਉਹ ਜਿਵੇਂ ਚੀਜ਼ ਪਨੀਰ ਜਿੰਨਾ ਸੌਫਟ ਹੁੰਦਾ ਹੈ ਉਵੇਂ ਹੀ ਉਸਦਾ ਜਿਹੜਾ ਬ੍ਰੇਨ ਹੈ ਉਨਾ ਸੌਫਟ ਹੋ ਗਿਆ। ਹੁਣ ਤੁਸੀਂ ਇੱਕ ਹੋਰ ਗੱਲ ਦੇਖੋ, ਐਜ਼ ਇੱਥੇ ਲਾਇਆ ਹੋਇਆ ਤਾਂ ਇੱਥੇ ਸਿਮਿਲੀ ਯੂਜ਼ ਕੀਤੀ ਗਈ ਹੈ। ਮੈਂ ਤੁਹਾਨੂੰ ਕੱਲ ਵਾਲੇ ਲੈਕਚਰ ਦੇ ਵਿੱਚ ਇਹ ਦੱਸਿਆ ਸੀ ਕਿ ਸਿਮਲੀ ਕੀ ਚੀਜ਼ ਹੁੰਦੀ ਹੈ। ਸਿਮਲੀ ਦੇ ਵਿੱਚ ਜਦੋਂ ਅਸੀਂ ਦੋ ਚੀਜ਼ਾਂ ਦੀ ਕੰਪੈਰੀਜ਼ਨ ਕਰਦੇ ਹਾਂ, ਹੁਣ ਇੱਥੇ ਉਸਦੇ ਬ੍ਰੇਨ ਨੂੰ ਕੰਪੈਰੀਜ਼ਨ ਕਿਹਦੇ ਨਾਲ ਕੀਤਾ ਹੋਇਆ ਹੈ, ਚੀਜ਼ ਦੇ ਨਾਲ। ਚੀਜ਼ ਦੇ ਨਾਲ ਉਸਦੀ ਕੰਪੈਰੀਜ਼ਨ ਕੀਤੀ ਹੋਈ ਹੈ, ਪਰ ਕੀ ਲੱਗਿਆ ਐਜ਼ ਲਾ ਕੇ ਕਿ ਜਿੰਨਾ ਚੀਜ਼ ਸੌਫਟ ਹੁੰਦਾ ਉਸਦਾ ਬ੍ਰੇਨ ਵੀ ਉਨਾ ਹੀ ਸੌਫਟ ਹੋ ਗਿਆ ਟੀਵੀ ਦੇਖ ਦੇਖ ਕੇ। ਹੁਣ ਉਹਦੀ ਜਿਹੜੀ ਥਿੰਕਿੰਗ ਪਾਵਰ ਹੈ, ਉਸਦੀ ਸੋਚਣ ਸ਼ਕਤੀ ਹੈ, ਉਹਨੂੰ ਜੰਗ ਲੱਗੀ, ਉਹ ਫਰੀਜ਼ ਹੋ ਗਈ। ਫਰੀਜ਼ ਦਾ ਮਤਲਬ ਜਿਵੇਂ ਰੈਫਰੀਜਰੇਟਰ 'ਚ ਕੋਈ ਚੀਜ਼ ਠੰਡੀ ਹੋ ਜਾਂਦੀ ਹੈ, ਬਰਫ਼ ਜੰਮ ਜਾਂਦੀ ਹੈ, ਜੰਮ ਗਈ।
ਉਹਦੀ ਉਹਦੀ ਜਿਹੜੀ ਪਾਵਰ ਆਫ ਥਿੰਕਿੰਗ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਕਿਉਂਕਿ ਜੋ ਤੁਸੀਂ ਟੀਵੀ 'ਚ ਉਸ ਨੂੰ ਪੇਸ਼ ਕਰ ਰਹੇ ਹੋ ਉਹੀ ਬੱਚਾ ਬਸ ਉਹਨੂੰ ਐਜ਼ ਇਟ ਇਜ਼ ਉਹਨੂੰ ਮੰਨ ਲੈਂਦਾ ਹੈ। ਉਹ ਕੁਝ ਨਹੀਂ ਸੋਚਦਾ ਕਿ ਐਕਚੁਅਲ ਹੁੰਦਾ ਕੀ ਹੈ, ਬਸ ਉਸ ਨੂੰ ਮੰਨ ਲੈਂਦਾ, ਤਾਂ ਉਸਦੀ ਪਾਵਰ ਆਫ ਥਿੰਕਿੰਗ ਖਤਮ ਹੋ ਗਈ। ਹੀ ਕੈਨ ਨਾਟ ਥਿੰਕ। ਦੇਖੋ ਇਹ ਲਾਈਨ ਨਾ ਮੈਨੂੰ ਲੱਗਦਾ ਪੋਇਮ ਦੀ ਸਭ ਤੋਂ ਵਧੀਆ ਲਾਈਨ ਮੈਨੂੰ ਲੱਗਦੀ ਹੈ ਕਿ ਹੀ ਕੈਨ ਨਾਟ ਥਿੰਕ, ਹੀ ਓਨਲੀ ਸੀਜ਼। ਕਹਿੰਦੇ ਉਹ ਸੋਚ ਹੀ ਨਹੀਂ ਸਕਦਾ, ਸਿਰਫ ਉਹ ਦੇਖਦਾ। ਟੀਵੀ ਉਹ ਸਿਰਫ ਦੇਖਦਾ ਹੈ, ਉਹ ਸੋਚ ਹੀ ਨਹੀਂ ਸਕਦਾ। ਟੀਵੀ ਦੇ ਅੱਗੇ ਤੁਸੀਂ ਜੋ ਮਰਜ਼ੀ ਉਹਨੂੰ ਦਿਖਾਈ ਜਾਓ, ਉਹਨੂੰ ਐਜ਼ ਇਟ ਇਜ਼ ਐਕਸੈਪਟ ਕਰ ਲੈਣਾ, ਉਹਨੂੰ ਮੰਨ ਲੈਣਾ। ਤੇ ਜਦੋਂ ਕੋਈ ਅੱਗੇ ਉਸ ਨੂੰ ਲਾਈਫ ਦੇ ਵਿੱਚ ਉਹੋ ਜਿਹੀ ਚੀਜ਼ ਦੇ ਬਾਰੇ ਉਹਨੂੰ ਯਾਦ ਆਵੇ, ਉਹਨੂੰ ਉਹੀ ਟੀਵੀ ਦਾ ਸੀਨ ਯਾਦ ਆ ਜਾਣਾ। ਉਹਨੇ ਆਪਣੀ ਥਿੰਕਿੰਗ ਯੂਜ਼ ਹੀ ਨਹੀਂ ਕਰਨੀ। ਤਾਂ ਇੱਥੇ ਇਹ ਸਾਰੀਆਂ ਗੱਲਾਂ ਕਵੀ ਸਾਨੂੰ ਟੀਵੀ ਦੇ ਜੋ ਹਾਨੀਕਾਰਕ ਪ੍ਰਭਾਵ ਨੇ ਜੋ ਸਾਡੇ ਬੱਚਿਆਂ ਤੇ ਜਾਂ ਸਾਡੇ ਤੇ ਪੈ ਰਹੇ ਨੇ, ਸਾਡੇ ਖਾਸ ਤੌਰ ਤੇ ਜਿਹੜੇ ਪੜ੍ਹਨ ਵਾਲੇ ਬੱਚਿਆਂ ਤੇ ਪੈ ਰਹੇ ਨੇ, ਉਹਨਾਂ ਬਾਰੇ ਸਾਨੂੰ ਦੱਸ ਰਿਹਾ ਹੈ। ਹੁਣ ਤੱਕ ਕਵੀ ਨੇ ਬੱਚਿਆਂ ਦੇ ਮਾਂ-ਬਾਪ ਨੂੰ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੇ ਹੋ, ਉਹਨਾਂ ਦੀਆਂ ਅੱਖਾਂ ਖਰਾਬ ਹੋ ਰਹੀਆਂ, ਉਹਨਾਂ ਦਾ ਮਾਈਂਡ ਖਰਾਬ ਹੋ ਰਿਹਾ ਹੈ, ਉਹ ਡੈਡ ਹੋ ਰਹੇ ਨੇ, ਉਹਨਾਂ ਦਾ ਬ੍ਰੇਨ ਡੈਡ ਹੋ ਰਿਹਾ ਹੈ, ਵੀ ਤੁਸੀਂ ਇਹ ਕੰਮ ਨਾ ਕਰੋ, ਟੀਵੀ ਨੂੰ ਘਰ ਤੋਂ ਬਾਹਰ ਕੱਢੋ। ਚਲੋ ਹੁਣ ਇੱਥੇ ਜਿਹੜੇ ਬੱਚਿਆਂ ਦੇ ਮਾਂ-ਬਾਪ ਨੇ ਉਹ ਹੁਣ ਕਵੀ ਨੂੰ ਕਾਊਂਟਰ ਕੁਐਸਚਨ ਕਰ ਰਹੇ ਨੇ। ਹੁਣ ਕਵੀ ਕਹਿੰਦਾ ਹੈ ਕਿ ਹੁਣ ਤੁਸੀਂ ਮੈਨੂੰ ਕਹੋਗੇ ਆਲ ਰਾਈਟ, ਠੀਕ ਹੈ, ਯੂ ਵਿਲ ਕਰਾਈ, ਤੁਸੀਂ ਉੱਚੀ ਦੇ ਕੇ ਮੈਨੂੰ ਕਹੋਗੇ, ਯੂ ਵਿਲ ਸੇ, ਤੁਸੀਂ ਮੈਨੂੰ ਕਹੋਗੇ, ਕਹਿੰਦੇ ਇਫ ਵੀ ਟੇਕ ਦਾ ਸੈਟ ਅਵੇ ਵਟ ਸ਼ੈਲ ਵੀ ਡੂ ਟੂ ਐਂਟਰਟੇਨ ਆਵਰ ਡਾਰਲਿੰਗ ਚਿਲਡਰਨ, ਪਲੀਜ਼ ਐਕਸਪਲੇਨ। ਕਹਿੰਦੇ ਜੇ ਚਲੋ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ, ਤੁਸੀਂ ਕਵਿਤਾ ਦੇ ਸ਼ੁਰੂ 'ਚ ਕਿਹਾ ਹੈ ਕਿ ਸਾਨੂੰ ਟੀਵੀ ਨੂੰ ਘਰੇ ਇੰਸਟਾਲ ਹੀ ਨਹੀਂ ਕਰਨਾ ਚਾਹੀਦਾ, ਬੱਚਿਆਂ ਨੂੰ ਟੀਵੀ ਕੋਲ ਨਹੀਂ ਜਾਣਾ ਚਾਹੀਦਾ ਕਿਉਂਕਿ ਨੁਕਸਾਨ ਬਹੁਤ ਹੈ। ਪਰ ਫਿਰ ਸਾਡੇ ਬੱਚੇ ਆਪਣੀ ਇੰਟਰਟੇਨਮੈਂਟ ਕਿਵੇਂ ਕਰਨਗੇ? ਜਿਹੜੇ ਸਾਡੇ ਡਾਰਲਿੰਗ ਚਿਲਡਰਨ ਨੇ ਉਹ ਇੰਟਰਟੇਨਮੈਂਟ ਕਿਵੇਂ ਕਰਨਗੇ ਜੇ ਜਿਹੜਾ ਸਾਡਾ ਟੈਲੀਵਿਜ਼ਨ ਹੈ ਉਸ ਨੂੰ ਅਸੀਂ ਬਾਹਰ ਕੱਢਤਾ ਜਾਂ ਉਸ ਨੂੰ ਬੰਦ ਕਰਤਾ, ਤਾਂ ਬੱਚੇ ਦੀ ਇੰਟਰਟੇਨਮੈਂਟ ਕਿਵੇਂ ਹੋਏਗੀ? ਉਹਦਾ ਮਨ ਪਰਚਾਵਾ ਕਿਵੇਂ ਹੋਏਗਾ? ਪਲੀਜ਼ ਐਕਸਪਲੇਨ, ਇਹਨੂੰ ਐਕਸਪਲੇਨ ਕਰ ਤੂੰ। ਉਹਨੂੰ ਕਵੀ ਨੂੰ ਕੁਐਸਚਨ ਕੀਤਾ ਜਾ ਰਿਹਾ। ਹੁਣ ਕਵੀ ਉਹਦਾ ਆਨਸਰ ਦਿੰਦਾ, ਕਹਿੰਦਾ ਵੀ ਵਿਲ ਆਨਸਰ ਦਿਸ ਬਾਈ ਆਸਕਿੰਗ ਯੂ। ਕਹਿੰਦੇ ਮੈਂ ਇਸ ਦੇ ਬਦਲੇ 'ਚ ਤੁਹਾਨੂੰ ਕੁਐਸਚਨ ਪੁੱਛਦਾ। ਤੁਸੀਂ ਮੈਨੂੰ ਆਨਸਰ ਦੇਣ ਲਈ ਕਿਹਾ ਨਾ, ਤੁਸੀਂ ਮੈਨੂੰ ਕੁਐਸਚਨ ਪੁੱਛਿਆ ਕਿ ਬੱਚੇ ਜੇ ਟੀਵੀ ਨਾ ਦੇਖਣ ਤਾਂ ਕਰਨ ਕੀ? ਕਹਿੰਦੇ ਹੁਣ ਮੈਂ ਤੁਹਾਨੂੰ ਕੁਐਸਚਨ ਪੁੱਛਦਾ, ਵਟ ਯੂਜ਼ ਦਾ ਡਾਰਲਿੰਗ ਵਾਂਟਸ ਟੂ ਡੂ, ਹਾਊ ਯੂਜ਼ ਦੇ ਕੀਪ ਦੈਮਸੈਲਵਸ ਕੰਟੈਂਟਡ ਬਿਫੋਰ ਦਿਸ ਮੌਨਸਟਰ ਵਾਜ਼ ਇਨਵੈਂਟਡ। ਕਹਿੰਦੇ ਜਦੋਂ ਤੁਸੀਂ ਛੋਟੇ ਸੀਗੇ, ਡਾਰਲਿੰਗ, ਜਦੋਂ ਤੁਸੀਂ ਆਪਣੇ, ਇੱਥੇ ਲਿਖਿਆ ਨਾ ਡਾਰਲਿੰਗ, ਜਦੋਂ ਤੁਸੀਂ ਆਪਣੇ ਮਾਂ-ਬਾਪ ਦੇ ਡਾਰਲਿੰਗ ਹੁੰਦੇ ਸੀ, ਮਤਲਬ ਕਿ ਜਦੋਂ ਤੁਸੀਂ ਬੱਚੇ ਹੁੰਦੇ ਸੀ, ਤੁਸੀਂ ਕੀ ਕਰਦੇ ਸੀ? ਵਟ ਯੂਜ਼ ਦਾ ਡਾਰਲਿੰਗ ਵਾਂਟਸ ਟੂ ਡੂ, ਤੁਸੀਂ ਉਦੋਂ ਕੀ ਕਰਦੇ ਸੀਗੇ? ਕਹਿੰਦੇ ਤੁਸੀਂ ਆਪਣੇ ਆਪ ਨੂੰ ਕਿਵੇਂ ਸੈਟੀਸਫਾਈਡ ਰੱਖਦੇ ਸੀ? ਇੱਥੇ ਕੰਟੈਂਟਡ ਦਾ ਮਤਲਬ ਹੈ ਸੈਟੀਸਫਾਈਡ, ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਸੰਤੁਸ਼ਟ ਰੱਖਦੇ ਸੀਗੇ ਜਦੋਂ ਇਸ ਮੌਨਸਟਰ ਦਾ ਇਜਾਦ ਨਹੀਂ ਸੀ ਹੋਇਆ। ਇਨਵੈਂਟ ਦਾ ਮਤਲਬ ਹੁੰਦਾ ਬੇਟਾ ਕੋਈ ਕਿਸੇ ਚੀਜ਼ ਦੀ ਆਵਿਸ਼ਕਾਰ ਹੋਣਾ, ਇਜਾਦ ਹੋਣਾ। ਇੱਥੇ ਮੌਨਸਟਰ, ਹੁਣ ਇੱਥੇ ਮੌਨਸਟਰ ਕਿਹਨੂੰ ਕਿਹਾ ਗਿਆ? ਮੌਨਸਟਰ ਦਾ ਮਤਲਬ ਪੰਜਾਬੀ 'ਚ ਹੁੰਦਾ ਹੈ ਰਾਕਸ਼, ਜਿਹਨੂੰ ਆਪਾਂ ਕਹਿੰਦੇ ਹਾਂ ਰਾਖਸ਼ਸ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ, ਰਾਕਸ਼ਸ। ਤਾਂ ਮੌਨਸਟਰ ਦਾ ਮਤਲਬ ਰਾਕਸ਼। ਕਹਿੰਦੇ ਇਹ ਜਿਹੜਾ ਮੌਨਸਟਰ ਜਦ ਇਜਾਦ ਹੋਇਆ, ਹੁਣ ਇੱਥੇ ਮੌਨਸਟਰ ਕਿਹਨੂੰ ਕਿਹਾ ਗਿਆ? ਟੀਵੀ ਨੂੰ ਕਿਹਾ ਗਿਆ, ਰਾਕਸ਼ ਟੀਵੀ ਨੂੰ ਕਿਹਾ ਗਿਆ। ਦੇਖੋ ਟੀਵੀ ਨੂੰ ਰੋਆਲ ਦਾਲ ਨੇ ਕਿੰਨੇ ਹੀ ਨਾਵਾਂ ਨਾਲ ਬੁਲਾਇਆ। ਸ਼ੁਰੂਆਤ ਦੇ ਵਿੱਚ ਉਸਨੇ ਇਸ ਨੂੰ ਇਡੀਓਟਿਕ ਥਿੰਗ ਕਿਹਾ, ਉਸ ਤੋਂ ਬਾਅਦ ਉਸਨੇ ਇਸ ਨੂੰ ਘਾਸਟਲੀ ਜੰਗ ਕਿਹਾ, ਹੁਣ ਉਸ ਨੂੰ ਮੌਨਸਟਰ ਕਹਿ ਰਿਹਾ ਹੈ। ਤਾਂ ਹੀ ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਸੀਗਾ ਕਿ ਹਾਰਸ਼ ਲੈਂਗੁਏਜ, ਸਟਰੋਂਗ ਲੈਂਗੁਏਜ ਯੂਜ਼ ਕੀਤੀ ਹੈ ਕਵੀ ਨੇ। ਹੁਣ ਇੱਥੇ ਦੇਖੋ ਮੌਨਸਟਰ ਦਾ ਮਤਲਬ ਹੁੰਦਾ ਹੈ ਰਾਖਸ਼। ਰਾਖਸ਼ ਦਾ ਜਿਹੜਾ ਬਹੁਤ ਹੀ ਬੇਕਾਰ, ਖਰਾਬ ਮਤਲਬ ਹੋਵੇ, ਕੋਈ ਚੱਜ ਦਾ ਕੰਮ ਕਰੇ ਹੀ ਨਾ, ਕੋਈ ਨੇਕ ਕੰਮ ਕਰੇ ਹੀ ਨਾ, ਉਹਨੂੰ ਅਸੀਂ ਮੌਨਸਟਰ ਕਹਿੰਦੇ ਹਾਂ। ਹੁਣ ਇੱਥੇ ਮੌਨਸਟਰ ਕਿਹਨੂੰ ਕਿਹਾ ਗਿਆ? ਟੀਵੀ ਨੂੰ। ਤਾਂ ਤੁਸੀਂ ਇੱਥੇ ਕਹਿ ਸਕਦੇ ਹੋ ਕਿ ਇਸ ਲਾਈਨ ਦੇ ਵਿੱਚ ਬਿਫੋਰ ਦਿਸ ਮੌਨਸਟਰ ਵਾਜ਼ ਇਨਵੈਂਟਡ ਕੀ ਯੂਜ਼ ਹੋਈ ਹੈ? ਇਸ ਦੇ ਵਿੱਚ ਮੈਟਾਫੋਰ ਯੂਜ਼ ਹੋਇਆ ਹੈ। ਇਹ ਮੈਂ ਤੁਹਾਨੂੰ ਕੱਲ ਬੇਟਾ ਸਮਝਾਇਆ ਸੀ, ਜਿਵੇਂ ਮੈਂ ਸ਼ੁਰੂ 'ਚ ਤੁਹਾਨੂੰ ਇਸ ਤੋਂ ਪਹਿਲੇ ਪੈਰੇ ਦੇ ਵਿੱਚ ਦੱਸਿਆ ਸੀ ਕਿ ਸਿਮਿਲੀ ਯੂਜ਼ ਹੋਈ ਹੈ। ਇੱਥੇ ਮੌਨਸਟਰ ਕਿਹਨੂੰ ਕਿਹਾ ਗਿਆ? ਟੀਵੀ ਨੂੰ ਕਿਹਾ ਗਿਆ। ਤਾਂ ਜਿਵੇਂ ਕਿ ਮੌਨਸਟਰ ਕੋਈ ਨੇਕ ਕੰਮ, ਚੰਗਾ ਕੰਮ ਕਰਦਾ ਹੀ ਨਹੀਂ, ਤਾਂ ਟੀਵੀ ਵੀ ਕੋਈ ਬੱਚਿਆਂ ਲਈ ਚੰਗਾ ਕੰਮ ਨਹੀਂ ਕਰ ਰਿਹਾ। ਦੋਨਾਂ ਦੇ ਵਿੱਚ ਇਹ ਬੈਡ ਕੁਆਲਿਟੀ ਆ ਗਈ। ਇਸ ਕਰਕੇ ਅਸੀਂ ਇੱਥੇ ਕਹਾਂਗੇ ਕਿ ਇਸ ਲਾਈਨ ਦੇ ਵਿੱਚ ਕਵੀ ਨੇ ਜਿਹੜਾ ਹੈ ਮੈਟਾਫੋਰ ਯੂਜ਼ ਕੀਤਾ ਹੈ। ਤਾਂ ਪਹਿਲਾਂ ਸਿਮਲੀ ਮੈਂ ਤੁਹਾਨੂੰ ਦੱਸੀ ਸੀ, ਹੁਣ ਤੁਹਾਨੂੰ ਇੱਕ ਮੈਟਾਫੋਰ ਦੀ ਐਗਜ਼ਾਮਪਲ ਦਿੱਤੀ ਹੈ। ਕਹਿੰਦੇ ਜਦੋਂ ਇਹ ਰਾਕਸ਼ ਇਜਾਦ ਨਹੀਂ ਸੀ ਹੋਇਆ, ਮਤਲਬ ਜਦੋਂ ਟੀਵੀ ਬਣਿਆ ਨਹੀਂ ਸੀ, ਤਾਂ ਤੁਸੀਂ ਉਸ ਟਾਈਮ ਆਪਣੇ ਆਪ ਨੂੰ ਕਿਵੇਂ, ਤੁਹਾਡਾ ਮਨ ਪਰਚਾਵਾ ਹੁੰਦਾ ਸੀ? ਹੈਵ ਯੂ ਫੋਰਗੋਟਨ, ਕਿ ਤੁਸੀਂ ਭੁੱਲ ਗਏ? ਡੋਂਟ ਯੂ ਨੋ, ਤੁਹਾਨੂੰ ਪਤਾ ਨਹੀਂ ਹੈ? ਵੀ ਵਿਲ ਸੇ ਇਟ ਵੈਰੀ ਲਾਊਡ ਐਂਡ ਸਲੋ, ਜੇ ਤੁਹਾਨੂੰ ਯਾਦ ਨਹੀਂ ਰਿਹਾ ਤਾਂ ਮੈਂ ਤੁਹਾਨੂੰ ਬੜੀ ਉੱਚੀ ਦੇ ਕੇ ਤੇ ਸਲੋ ਆਵਾਜ਼ ਦੇ ਵਿੱਚ ਕਹਿਣਾ,
ਹੁਣ ਦੇਖੋ ਉਸਨੇ ਫਿਰ ਕੈਪੀਟਲ ਲੈਟਰ ਯੂਜ਼ ਕੀਤੇ ਨੇ, ਐਗਜ਼ੈਜਰੇਸ਼ਨ ਯੂਜ਼ ਕੀਤੀ ਹੈ। ਦੇ ਯੂਜ਼ ਟੂ ਰੀਡ, ਦੇ ਵੁੱਡ ਰੀਡ ਐਂਡ ਰੀਡ ਐਂਡ ਰੀਡ ਐਂਡ ਰੀਡ ਐਂਡ ਦੈਨ ਪ੍ਰੋਸੀਡ। ਹੁਣ ਉਹ ਕੀ ਕਹਿ ਰਿਹਾ ਹੈ ਕਿ ਜਦੋਂ ਇਹ ਮੌਨਸਟਰ, ਇਹ ਰਾਖਸ਼ ਇਜਾਦ ਨਹੀਂ ਸੀ ਹੋਇਆ, ਜਦੋਂ ਇਹ ਰਾਖਸ਼ ਬਣਿਆ ਨਹੀਂ ਸੀਗਾ, ਇਹ ਟੀਵੀ ਸਾਡੇ ਕਲਚਰ 'ਚ ਨਹੀਂ ਸੀ ਆਇਆ, ਉਸ ਟਾਈਮ ਅਸੀਂ ਆਪਣੇ ਆਪ ਨੂੰ ਇੰਟਰਟੇਨ ਕਿਵੇਂ ਕਰਦੇ ਸੀ? ਅਸੀਂ ਪੜ੍ਹਦੇ ਸੀ। ਦੇ ਯੂਜ਼ ਟੂ ਰੀਡ, ਅਸੀਂ ਕਿਤਾਬਾਂ ਪੜ੍ਹਦੇ ਸੀ, ਅਸੀਂ ਪੜ੍ਹਦੇ ਰਹਿੰਦੇ ਸੀ, ਪੜ੍ਹੀ ਜਾਂਦੇ ਸੀ, ਰੀਡ ਐਂਡ ਰੀਡ ਐਂਡ ਰੀਡ। ਦੇਖੋ ਬਾਰ-ਬਾਰ ਰੀਡ ਰੀਡ ਰੀਡ। ਇੱਥੇ ਕਵੀ ਨੇ ਕਿਹੜਾ ਇੱਕ ਪੋਇਟਿਕ ਡਿਵਾਈਸ ਯੂਜ਼ ਕੀਤੀ ਹੈ? ਐਲੀਟ੍ਰੇਸ਼ਨ। ਤਾਂ ਐਲੀਟ੍ਰੇਸ਼ਨ ਦੇ ਬਾਰੇ ਵੀ ਤੁਹਾਨੂੰ ਮੈਂ ਦੱਸ ਦਿੰਦਾ, ਜਦੋਂ ਇੱਕੋ ਹੀ ਸਾਊਂਡ ਬੇਟਾ ਬਾਰ-ਬਾਰ ਯੂਜ਼ ਕਰਦਾ ਨਾ ਕਵੀ, ਜਿਵੇਂ ਇੱਥੇ ਰ ਦੀ ਰ ਇੱਥੇ ਆ ਗਿਆ, ਰੀਡ ਰੀਡ, ਖੈਰ ਇੱਥੇ ਤਾਂ ਵਰਡ ਹੀ ਪੂਰਾ ਯੂਜ਼ ਕਰ ਲਿਆ, ਬਟ ਜਦੋਂ ਇੱਕੋ ਹੀ ਸਾਊਂਡ ਆਪਾਂ ਕਿਸੇ ਲਾਈਨ ਦੇ ਵਿੱਚ ਵਾਰ-ਵਾਰ ਯੂਜ਼ ਕਰਦੇ ਹਾਂ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਐਲੀਟ੍ਰੇਸ਼ਨ। ਐਲੀਟ੍ਰੇਸ਼ਨ ਕਈ ਜਗ੍ਹਾ ਆਈ ਹੈ ਇਸ ਪੋਇਮ ਦੇ ਵਿੱਚ। ਐਂਡ ਰੀਡ ਐਂਡ ਦੈਨ ਪ੍ਰੋਸੀਡ, ਅਤੇ ਫਿਰ ਅੱਗੇ ਵੱਧ ਜਾਂਦੇ ਸੀ, ਮਤਲਬ ਪੜ੍ਹਦੇ ਸੀਗੇ, ਉਹ ਕਿਤਾਬਾਂ ਪੜ੍ਹਦੇ ਸੀ। ਤਾਂ ਕਵੀ ਇੱਥੇ ਕਹਿਣਾ ਕੀ ਚਾਹੁੰਦਾ ਹੈ? ਕਵੀ ਕਹਿਣਾ ਇਹ ਚਾਹੁੰਦਾ ਹੈ ਕਿ ਟੀਵੀ ਜਦੋਂ ਸਾਡੇ ਕਲਚਰ 'ਚ ਨਹੀਂ ਸੀ ਆਇਆ, ਜਦੋਂ ਸਾਡੇ ਘਰਾਂ 'ਚ ਨਹੀਂ ਸੀ ਆਇਆ, ਤਾਂ ਉਸ ਤੋਂ ਪਹਿਲਾਂ ਬੱਚੇ ਆਪਣੀ ਇੰਟਰਟੇਨਮੈਂਟ ਕਰਨ ਦੇ ਲਈ ਬੁੱਕਸ ਪੜ੍ਹਦੇ ਸੀਗੇ। ਹੁਣ ਜਦੋਂ ਬੇਟਾ ਕੋਈ ਬੁੱਕਸ ਪੜ੍ਹਦਾ, ਮੰਨ ਲਓ ਕਿਸੇ ਪਰੀ ਦੀ ਕਹਾਣੀ ਉਹ ਪੜ੍ਹਦਾ ਹੈ ਨਾ, ਜਾਂ ਕਿਸੇ ਕੋਈ ਵੀ ਕਹਾਣੀ ਪੜ੍ਹਦਾ, ਤਾਂ ਬੱਚਾ ਆਪਣੇ ਦਿਮਾਗ ਦੇ ਵਿੱਚ ਸੋਚਦਾ ਹੈ ਕਿ, ਕਿਉਂਕਿ ਬੁੱਕ ਦੇ ਵਿੱਚ ਕੋਈ 4 ਚੀਜ਼ਾਂ ਲਿਖੀਆਂ ਹੁੰਦੀਆਂ ਨੇ, ਬੱਚਾ ਉਸੇ 4 ਚੀਜ਼ਾਂ ਨੂੰ ਆਪਣੇ ਦਿਮਾਗ ਦੇ ਵਿੱਚ ਲੈ ਕੇ ਸੋਚਦਾ ਹੈ ਕਿ ਐਵੇਂ ਹੋਏਗਾ, ਐਵੇਂ ਹੋਏਗਾ। ਉਹਦੀ ਸੋਚਣ ਸ਼ਕਤੀ ਡਿਵੈਲਪ ਹੁੰਦੀ ਹੈ, ਉਸਦੀ ਲੈਂਗੁਏਜ ਸਕਿੱਲ ਡਿਵੈਲਪ ਹੁੰਦੀ ਹੈ। ਤਾਂ ਕਵੀ ਇੱਥੇ ਇਹੀ ਜ਼ੋਰ ਦੇ ਰਿਹਾ। ਮੈਂ ਤੁਹਾਨੂੰ ਯਾਦ ਕਰੋ, ਸ਼ੁਰੂਆਤ ਦੇ ਵਿੱਚ ਮਾਈਂਡ ਮੈਪ ਦੇ ਵਿੱਚ ਪਹਿਲਾ ਜਿਹੜੀ ਇਹਦੀ ਖਾਸੀਅਤ ਦੱਸੀ ਸੀ ਪੋਇਮ ਦੇ ਵਿੱਚ, ਮੈਂ ਦੱਸਿਆ ਸੀ ਕਿ ਕਵੀ ਨੇ ਟੀਵੀ ਨੂੰ ਬੁੱਕਸ ਦੇ ਨਾਲ ਕੰਪੈਰੀਜ਼ਨ ਕਰਿਆ, ਤੇ ਇਹ ਦੱਸਿਆ ਕਿ ਟੀਵੀ ਕਿੰਨਾ ਮਾੜਾ ਹੈ ਤੇ ਬੁੱਕਸ ਕਿੰਨੀਆਂ ਚੰਗੀਆਂ ਨੇ। To read some more, great Scott Gadzooks, one half their lives was reading books. ਅੱਗੇ ਕਵੀ ਕਹਿੰਦਾ ਹੈ ਕਿ ਉਸ ਤੋਂ ਬਾਅਦ ਉਹ ਹੋਰ ਪੜ੍ਹਦੇ, ਟੂ ਰੀਡ ਸਮ ਮੋਰ। ਅਜੇ ਉਹਨਾਂ ਨੂੰ ਜਦੋਂ ਪੜ੍ਹਦੇ ਅਸੀਂ ਦੇਖਦੇ ਸੀ ਤਾਂ ਅਸੀਂ ਬੜੇ ਹੈਰਾਨ ਹੁੰਦੇ ਸੀ, ਤਾਂ ਸਾਡੇ ਮੂੰਹ ਚੋਂ ਨਿਕਲਦਾ ਗ੍ਰੇਟ ਸਕਾਟ ਗੈਟਜ਼ੂਕਸ। ਹੁਣ ਇਹ ਜਿਹੜੇ ਵਰਡਸ ਨੇ ਬੇਟਾ, ਗ੍ਰੇਟ ਸਕਾਟ ਗੈਟਜ਼ੂਕਸ, ਇਹ ਉਦੋਂ ਵਰਤੇ ਜਾਂਦੇ ਨੇ ਜਦੋਂ ਕੋਈ ਬਹੁਤ ਬੰਦਾ ਹੈਰਾਨ ਹੋਵੇ, ਜਿਵੇਂ ਆਪਾਂ ਪੰਜਾਬੀ 'ਚ ਵਰਡਸ ਯੂਜ਼ ਕਰਦੇ ਹੈ, ਐਵੇਂ ਹੋ ਗਿਆ, ਇਸ ਤਰ੍ਹਾਂ। ਤਾਂ ਇਸ ਤਰ੍ਹਾਂ ਜਦੋਂ ਆਪਾਂ ਬਹੁਤ ਜ਼ਿਆਦਾ ਹੈਰਾਨ ਹੋ ਕੇ ਕੋਈ ਵਰਡਸ ਬੋਲਦੇ ਆ ਇੰਗਲਿਸ਼, ਤਾਂ ਆਪਾਂ ਇਹ ਵਾਲੇ ਵਰਡਸ ਬੋਲ ਦਿੰਦੇ ਆ। ਅੱਜ ਕੱਲ੍ਹ ਵੈਸੇ ਆਊਟਡੇਟਿਡ ਹੋ ਗਏ, ਵਰਡਸ ਨਹੀਂ ਬੋਲੇ ਜਾਂਦੇ। ਗ੍ਰੇਟ ਸਕਾਟ ਗੈਟਜ਼ੂਕਸ, ਗ੍ਰੇਟ ਸਕਾਟ ਵੈਸੇ ਸ਼ਬਦ ਜਿਹੜਾ ਨਾ, ਇੱਕ ਸਾਡੇ ਇੰਗਲਿਸ਼ ਦੇ ਰਾਈਟਰ ਹੋਏ ਨੇ ਸਰ ਵਾਲਟਰ ਸਕੋਟ, ਉਹਨਾਂ ਤੋਂ ਇਹ ਫਰੇਜ਼ ਡਿਵੈਲਪ ਹੋਇਆ ਸੀ, ਬਿਕੋਜ਼ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਉਹਨਾਂ ਨੇ ਮਤਲਬ ਕਹਾਣੀਆਂ ਵਗੈਰਾ, ਨਾਵਲਸ ਵਗੈਰਾ ਲਿਖੇ ਨੇ। ਗੈਟਜ਼ੂਕਸ ਇਹ ਵੀ ਉੱਦਾਂ ਦਾ ਹੀ ਵਰਡ ਹੈ ਜਿਹਦੇ 'ਚ ਆਪਾਂ ਬਹੁਤ ਜ਼ਿਆਦਾ ਹੈਰਾਨ ਹੋਈਏ। ਫਿਰ ਉਹ ਕਹਿੰਦਾ ਵਨ ਹਾਫ ਦੇਅਰ ਲਾਈਵ ਵਾਜ਼ ਰੀਡਿੰਗ ਬੁੱਕਸ, ਤੇ ਫਿਰ ਉਹਨਾਂ ਦੀ ਅੱਧੀ ਜ਼ਿੰਦਗੀ, ਵਨ ਹਾਫ ਦੇਅਰ ਲਾਈਵਸ, ਉਹਨਾਂ ਬੱਚਿਆਂ ਦੀ ਅੱਧੀ ਜ਼ਿੰਦਗੀ ਕਿਤਾਬਾਂ ਪੜ੍ਹਦੇ ਹੀ ਪੂਰੀ ਹੋ ਜਾਂਦੀ ਸੀ। ਇੰਨਾ ਪੜ੍ਹਦੇ ਸੀਗੇ ਉਹ, ਇੰਨੀਆਂ ਬੁੱਕਸ ਪੜ੍ਹਦੇ ਸੀ। ਦ ਨਰਸਰੀ ਸ਼ੈਲਸ ਹੈਲਡ ਬੁੱਕਸ ਗਲੋਰ, ਤਾਂ ਉਹਨਾਂ ਦੀ ਜਿਹੜੀ ਸ਼ੈਲਫ, ਜਿਹੜੀਆਂ ਜਿਵੇਂ ਆਪਾਂ ਕੰਸ ਬਣਾ ਦਿੰਦੇ ਹਾਂ ਆਪਣੇ ਡਰਾਇੰਗ ਰੂਮ ਦੇ ਵਿੱਚ, ਉਹਨੂੰ ਸ਼ੈਲਫ ਕਹਿੰਦੇ ਆ, ਸ਼ੈਲਫ ਦਾ ਪਲੂਰਲ ਸ਼ੈਲਫਸ ਹੁੰਦਾ ਹੈ। ਤਾਂ ਉਹਨਾਂ ਦੇ ਵਿੱਚ ਬੁੱਕਸ ਭਰੀਆਂ ਪਈਆਂ, ਉਹ ਮਤਲਬ ਜਿਹੜੀਆਂ ਉਹਦੀਆਂ ਸ਼ੈਲਫਾਂ ਹੁੰਦੀਆਂ ਸੀ ਬੁੱਕਸ ਨਾਲ ਭਰੀਆਂ ਪਈਆਂ। ਗਲੋਰ ਦਾ ਮਤਲਬ ਹੁੰਦਾ ਹੈ ਇਨ ਅਬੰਡੈਂਸ। ਇਨ ਅਬੰਡੈਂਸ ਦਾ ਮਤਲਬ ਹੁੰਦਾ ਹੈ ਜਦੋਂ ਬਹੁਤ ਜ਼ਿਆਦਾ ਮਾਤਰਾ 'ਚ ਕੋਈ ਚੀਜ਼ ਆਪਾਂ ਰੱਖ ਦਿੰਦੇ ਹਾਂ, ਬਹੁਤ ਸਾਰੀਆਂ ਬੁੱਕਸ ਰੱਖਦੇ ਉਹਨੂੰ ਆਪਾਂ ਕਹਿੰਦੇ ਹਾਂ ਗਲੋਰ। ਤਾਂ ਬੁੱਕਸ ਇੰਨੀਆਂ ਜ਼ਿਆਦਾ ਹੁੰਦੀਆਂ ਸੀ ਉਹਦੀਆਂ ਸ਼ੈਲਫਾਂ ਤੇ। ਬੁੱਕਸ ਕਲਟਰਡ ਅਪ ਦਾ ਨਰਸਰੀ ਫਲੋਰ, ਉਹਨਾਂ ਦੀ ਜਿਹੜੇ ਉਹਨਾਂ ਦੀ ਫਲੋਰ ਹੁੰਦੀ ਸੀ, ਜਿਹੜੇ ਫਰਸ਼ ਹੁੰਦੇ ਸੀਗੇ ਜਦੋਂ ਬੱਚੇ ਹੁੰਦੇ ਸੀ, ਤਾਂ ਬੁੱਕਸ ਜਿਹੜੀਆਂ ਸੀਗੀਆਂ ਕਲਟਰਡ ਅਪ, ਕਲਟਰਡ ਸ਼ਬਦ ਪਹਿਲਾਂ ਵੀ ਆਇਆ, ਕਲੌਗਸ ਐਂਡ ਕਲਟਰਡ, ਕਲਟਰਡ ਅਪ ਦਾ ਮਤਲਬ ਬਹੁਤ ਜ਼ਿਆਦਾ ਖਿਲਰੀਆਂ ਪਈਆਂ ਹੁੰਦੀਆਂ ਸੀ, ਕੋਈ ਬੁੱਕਸ ਇੱਧਰ ਪਈ ਆ, ਉੱਧਰ ਪਈ ਹੈ। ਐਂਡ ਇਨ ਦਾ ਬੈਡਰੂਮ ਬਾਏ ਦਾ ਬੈਡ, ਬੈਡਰੂਮ ਦੇ ਵਿੱਚ ਵੀ ਬੁੱਕਸ ਪਈਆਂ ਹੁੰਦੀਆਂ ਸੀ, ਬੈੱਡ ਦੇ ਨਾਲ ਪਈਆਂ ਹੁੰਦੀਆਂ ਸੀ। ਮੋਰ ਬੁੱਕਸ ਵਰ ਵੇਟਿੰਗ ਟੂ ਬੀ ਰੈਡ, ਬੈਡਰੂਮ ਦੇ ਵਿੱਚ ਹੋਰ ਬੁੱਕਸ ਪਈਆਂ ਹੁੰਦੀਆਂ ਬੈੱਡ ਦੇ ਨਾਲ, ਜਿਨ੍ਹਾਂ ਨੂੰ ਕਿ ਬੱਚੇ ਨੇ ਹਜੇ ਪੜ੍ਹਨਾ ਹੁੰਦਾ, ਮਤਲਬ ਇੰਨੀਆਂ ਬੁੱਕਸ ਹੁੰਦੀਆਂ ਸੀਗੀਆਂ। ਮੋਰ ਬੁੱਕਸ ਵਰ ਵੇਟਿੰਗ ਟੂ ਬੀ ਰੈਡ। ਹੁਣ ਇੱਥੇ ਜੇ ਤੁਸੀਂ ਦੇਖੋ ਬੱਚਿਓ, ਤਾਂ ਇੱਥੇ ਵੀ ਇੱਕ ਪੋਇਟਿਕ ਡਿਵਾਈਸ ਕਵੀ ਨੇ ਇਸ ਲਾਈਨ ਦੇ ਵਿੱਚ ਯੂਜ਼ ਕੀਤੀ ਹੈ, ਜਿਹਨੂੰ ਅਸੀਂ ਪਰਸੋਨੀਫਿਕੇਸ਼ਨ ਕਹਿੰਦੇ ਹਾਂ। ਪਰਸੋਨੀਫਿਕੇਸ਼ਨ ਦੇ ਬਾਰੇ ਮੈਂ ਤੁਹਾਨੂੰ ਕੱਲ ਵਾਲੇ ਲੈਕਚਰ 'ਚ ਦੱਸਿਆ ਸੀ ਨਾ। ਪਰਸੋਨੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਹੈ? ਜਦੋਂ ਅਸੀਂ ਕਿਸੇ ਅਣਮਨੁੱਖੀ ਚੀਜ਼ ਦੇ ਵਿੱਚ ਕੋਈ ਮਨੁੱਖੀ ਕੁਆਲਿਟੀ ਦੇਖਦੇ ਹਾਂ। ਹੁਣ ਤੁਸੀਂ ਦੇਖੋ ਇਸ ਲਾਈਨ ਦੇ ਵਿੱਚ ਲਿਖਿਆ ਹੋਇਆ ਮੋਰ ਬੁੱਕਸ ਵਰ ਵੇਟਿੰਗ। ਹੁਣ ਆਮ ਤੌਰ ਤੇ ਵੇਟ ਕੌਣ ਕਰਦਾ ਹੈ?
ਇਨਸਾਨ ਕਰਦਾ ਨਾ, ਕੋਈ ਇਨਸਾਨ ਜਾਂ ਪਰਸਨ ਵੇਟ ਕਰਦਾ, ਕਿਸੇ ਦਾ ਇੰਤਜ਼ਾਰ ਕਰਦਾ। ਪਰ ਇੱਥੇ ਇਹ ਵੇਟ ਕਰਨ ਵਾਲੀ ਜਿਹੜੀ ਕੁਆਲਿਟੀ ਆ ਉਹ ਕਿਹਦੇ ਲਈ ਯੂਜ਼ ਕੀਤੀ ਗਈ ਹੈ? ਬੁੱਕਸ ਲਈ, ਕਿ ਜਿਹੜੇ ਬੁੱਕਸ ਹੈ ਉਹ ਵੇਟ ਕਰ ਰਹੀਆਂ ਨੇ ਕਿ ਮੈਨੂੰ ਕੋਈ ਪੜ੍ਹੇ, ਮੈਨੂੰ ਉਹ ਬੱਚਾ ਪੜ੍ਹੇ, ਤਾਂ ਇੱਥੇ ਬੁੱਕਸ ਵੇਟ ਕਰ ਰਹੀਆਂ ਨੇ। ਤਾਂ ਇੱਥੇ ਇੱਕ ਮਨੁੱਖ ਦੀ ਕੁਆਲਿਟੀ ਜੋ ਵੇਟ ਕਰਨ ਦੀ ਹੈ ਉਹ ਬੁੱਕਸ ਦੇ ਲਈ ਯੂਜ਼ ਕੀਤੀ ਗਈ ਹੈ। ਇਸ ਕਰਕੇ ਅਸੀਂ ਇਹ ਕਹਾਂਗੇ ਕਿ ਇਸ ਲਾਈਨ ਦੇ ਵਿੱਚ ਪਰਸੋਨੀਫਿਕੇਸ਼ਨ ਯੂਜ਼ ਕੀਤੀ ਗਈ ਹੈ। ਅੱਗੇ ਦੇਖੋ, such wondrous fine fantastic tales of dragons gypsy queens and whales। ਤਾਂ ਟੇਲਸ ਤੇ ਵੇਲਸ ਦੀ ਫੇਰ ਰਾਈਮਿੰਗ ਹੈ। ਕਹਿੰਦੇ ਇੰਨੀਆਂ ਹੈਰਾਨ ਭਰੀਆਂ ਸੀ ਕਵਿਤਾ ਸੋਰੀ ਬੁੱਕਸ ਪੜ੍ਹੀਆਂ, ਕਹਾਣੀਆਂ ਪੜ੍ਹੀਆਂ, ਫੈਂਟੈਸਟਿਕ ਸ਼ਾਨਦਾਰ ਕਹਾਣੀਆਂ, ਟੇਲਸ ਕਹਾਣੀਆਂ, ਸ਼ਾਨਦਾਰ ਕਹਾਣੀਆਂ ਪੜ੍ਹੀਆਂ ਕਿਹਦੀਆਂ? ਡਰੈਗਨਸ ਦੀਆਂ। ਡਰੈਗਨਸ ਦੀਆਂ ਕਹਾਣੀਆਂ ਪੜ੍ਹੀਆਂ। ਜਿਪਸੀਜ਼ ਹੁੰਦੇ ਆ ਜਿਹੜੇ ਮਾਰੇ ਮਾਰੇ ਫਿਰਦੇ ਆ ਇਨਸਾਨ, ਕਦੇ ਇੱਧਰ ਕਦੇ ਉੱਧਰ, ਕੋਈ ਟਿਕਾਣਾ ਨਹੀਂ ਹੁੰਦਾ ਉਹਨਾਂ ਦਾ। ਕੁਈਨਸ ਰਾਣੀਆਂ ਦੀਆਂ, ਵੇਲਸ ਦੀਆਂ ਕਹਾਣੀਆਂ ਪੜ੍ਹੀਆਂ, ਡਰੈਗਨਸ ਦੀਆਂ ਕਹਾਣੀਆਂ, ਜਾਨਵਰਾਂ ਦੀਆਂ ਕਹਾਣੀਆਂ। ਐਂਡ ਟ੍ਰੈਜ਼ਰਸ ਆਇਲਸ ਐਂਡ ਡਿਸਟੈਂਟ ਸ਼ੋਰਸ ਵੇਅਰ ਸਮਗਲਰਸ ਰੋਡ ਵਿਦ ਮਫਲਡ ਓਰਸ। ਅਸੀਂ ਫਿਰ ਟ੍ਰੈਜ਼ਰ ਵਾਲੀਆਂ, ਟ੍ਰੈਜ਼ਰ ਆਇਲ ਜਿੱਥੇ ਕਿ ਖਜ਼ਾਨਾ ਛੁਪਿਆ ਹੁੰਦਾ ਹੈ, ਆਈਲੈਂਡਸ ਤੇ ਟਾਪੂਆਂ ਤੇ ਖਜ਼ਾਨਾ, ਉੱਦਾਂ ਦੀਆਂ ਕਹਾਣੀਆਂ ਪੜ੍ਹੀਆਂ। ਤੇ ਡਿਸਟੈਂਟ ਸ਼ੋਰ, ਦੂਰ ਦਰਾਡੇ ਸ਼ੋਰਸ ਦੀਆਂ, ਸਮੁੰਦਰੀ ਕੰਢਿਆਂ ਦੀਆਂ, ਜਿੱਥੇ ਸਮਗਲਰਸ ਨੇ ਉਹ ਆਪਣੀਆਂ ਚੱਪੂ ਚਲਾ ਕੇ ਕਿਸ਼ਤੀ, ਚੱਪੂਆਂ ਦੀ ਮਦਦ ਨਾਲ ਕਿਸ਼ਤੀ ਚਲਾ ਰਹੇ ਨੇ। ਇੱਥੇ ਓਰਸ ਦਾ ਮਤਲਬ ਚੱਪੂ ਹੁੰਦਾ ਹੈ, ਰੋਡ ਦਾ ਮਤਲਬ ਕਿਸ਼ਤੀ ਚਲਾਉਣਾ। ਸਮਗਲਰ ਜਿਹੜੇ ਸਮਗਲਿੰਗ ਕਰਦੇ ਨੇ ਇੱਧਰ ਦਾ ਮਾਲ ਉੱਧਰ, ਤਾਂ ਉਹਨਾਂ ਬਾਰੇ ਸਾਨੇ ਕਹਾਣੀਆਂ ਪੜ੍ਹੀਆਂ ਹੋਈਆਂ। ਐਂਡ ਪਾਇਰੇਟਸ ਵੀਅਰਿੰਗ ਪਰਪਲ ਪੈਂਟਸ, ਤੇ ਪਾਇਰੇਟਸ ਦੀਆਂ ਕਹਾਣੀਆਂ ਪੜ੍ਹੀਆਂ। ਪਾਇਰੇਟ ਸਮੁੰਦਰੀ ਡਾਕੂ, ਤੁਸੀਂ ਮੂਵੀਜ਼ ਦੇਖਿਆ ਹੋਣੀਆਂ, ਦੀ ਕੈਰੀਬੀਅਨ ਪਾਇਰੇਟਸ ਹੈ ਨਾ, ਉਹ ਉਹਦੇ 3-4 ਆਈਆਂ ਹੋਈਆਂ, ਕਈ ਬੱਚਿਆਂ ਨੇ ਦੇਖਿਆ ਹੋਣੀਆਂ। ਉਹ ਪਾਇਰੇਟ ਸਮੁੰਦਰੀ ਡਾਕੂ ਉਹਨਾਂ ਨੇ ਪਰਪਲ ਪੈਂਟਸ, ਪਰਪਲ ਕਲਰ ਦੀਆਂ ਪੈਂਟਾਂ ਪਾਈਆਂ ਹੋਈਆਂ। ਹੁਣ ਤੁਸੀਂ ਇਸ ਲਾਈਨ ਦੇ ਵਿੱਚ ਦੇਖੋ ਤਾਂ ਬੇਟਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਸ ਪੋਇਮ ਦੇ ਵਿੱਚ ਐਲੀਟ੍ਰੇਸ਼ਨ ਬਹੁਤ ਯੂਜ਼ ਕੀਤੀ ਹੈ। ਦੇਖੋ ਧਿਆਨ ਨਾਲ, ਪਾਇਰੇਟਸ ਦੀ ਪ, ਫਿਰ ਪਰਪਲ ਦੀ ਪ, ਪੈਂਟਸ ਦੀ ਪ, ਤਾਂ ਪ ਜਿਹੜੀ ਕੌਂਸੋਨੈਂਟ ਦੀ ਸਾਊਂਡ ਹੈ ਬਾਰ-ਬਾਰ ਆ ਰਹੀ ਹੈ। ਦੈਟ ਮੀਨਸ ਇਸ ਲਾਈਨ ਦੇ ਵਿੱਚ ਕਵੀ ਨੇ ਕੀ ਯੂਜ਼ ਕੀਤੀ ਹੈ ਜੀ? ਐਲੀਟ੍ਰੇਸ਼ਨ ਯੂਜ਼ ਕੀਤੀ ਹੈ। ਤਾਂ ਪਾਇਰੇਟਸ ਦੀਆਂ ਕਹਾਣੀਆਂ ਸਾਨੇ ਪੜ੍ਹੀਆਂ। ਸੇਲਿੰਗ ਸ਼ਿਪਸ ਸੇਲ ਕਰ ਰਹੇ ਨੇ ਸਮੁੰਦਰ ਦੇ ਵਿੱਚ, ਸ਼ਿਪਸ ਇੱਧਰ ਤੋਂ ਉੱਧਰ ਜਾ ਰਹੇ ਨੇ। ਐਲੀਫੈਂਟਸ ਦੀਆਂ ਕਹਾਣੀਆਂ ਪੜ੍ਹੀਆਂ। ਫਿਰ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਕੈਨੀਬਲਸ ਦੀਆਂ ਕਹਾਣੀਆਂ ਪੜ੍ਹੀਆਂ। ਕੈਨੀਬਲਸ ਕਰਾਊਚਿੰਗ ਰਾਉਂਡ ਦਾ ਪੋਰਟ। ਕੈਨੀਬਲਸ ਕਿਹਨੂੰ ਕਹਿੰਦੇ ਆ? ਕੈਨੀਬਲਸ ਉਹ ਆਦਮਖੋਰ ਜਿਹੜੇ ਇਨਸਾਨ ਨੂੰ ਕੱਚਾ ਖਾ ਜਾਂਦੇ ਨੇ, ਆਦਮਖੋਰ, ਅਸੀਂ ਉਹਨਾਂ ਨੂੰ ਕੈਨੀਬਲਸ ਕਹਿੰਦੇ ਆ। ਆਦਮਖੋਰ, ਕੈਨੀਬਲਸ। ਆਦਮਖੋਰਾਂ ਦੀਆਂ ਕਹਾਣੀਆਂ ਪੜ੍ਹੀਆਂ। ਉਹ ਕਹਾਣੀਆਂ 'ਚ ਕੀ ਹੁੰਦਾ ਸੀ ਕਿ ਜਿਹੜੇ ਕੈਨੀਬਲਸ ਨੇ ਉਹ ਜ਼ਮੀਨ ਦੇ ਉੱਪਰ ਆਪਣੀਆਂ ਲੱਤਾਂ ਜੀਆਂ ਫੋਲਡ, ਕਰਾਊਚਿੰਗ ਦਾ ਮਤਲਬ ਹੁੰਦਾ ਲੱਤਾਂ ਜੀਆਂ ਆਪਾਂ ਇਕੱਠੇ ਕਰਕੇ ਜਿਵੇਂ ਪੈਰੀ ਭਾਰ ਜੇ ਬੈਠ ਜਾਂਦੇ ਉਹਨੂੰ ਕਹਿੰਦੇ ਆ ਰਾਉਂਡ ਦਾ ਪੋਰਟ। ਇੱਕ ਪੋਰਟ ਦੇ ਆਲੇ ਦੁਆਲੇ, ਪੋਰਟ ਮਤਲਬ ਕੋਈ ਲਾ ਲਓ ਵੀ ਕਿਸੇ ਤਰ੍ਹਾਂ ਦਾ ਕੋਈ ਭਾਂਡਾ ਹੈ ਨਾ, ਤਾਂ ਉਸ ਦੇ ਆਲੇ ਦੁਆਲੇ ਕੋਈ ਵੱਡਾ ਸਾਰਾ ਭਾਂਡਾ ਜਿਹਾ ਹੈ, ਉਸ ਦੇ ਆਲੇ ਦੁਆਲੇ ਬੈਠੇ ਨੇ ਜੁੜ ਕੇ ਸਾਰੇ ਕੈਨੀਬਲਸ। ਕਿਉਂ? ਕੀ ਕਰ ਰਹੇ ਨੇ? ਸਟਰਿੰਗ ਅਵੇ ਐਟ ਸਮਥਿੰਗ ਹੌਟ। ਉਸ ਭਾਂਡੇ ਦੇ ਵਿੱਚ ਕੁਝ ਖਾਸ ਕੋਈ ਗਰਮ ਜੀ ਚੀਜ਼ ਹੈ, ਉਸ ਨੂੰ ਉਹ ਹਿਲਾ ਰਹੇ ਨੇ ਚਮਚ ਦੇ ਨਾਲ, ਚਮਚ ਟਾਈਪ ਕਿਸੇ ਚੀਜ਼ ਦੇ ਨਾਲ ਹਿਲਾ ਰਹੇ ਨੇ ਤਾਂ ਕਿ ਉਹ ਠੰਡੀ ਹੋ ਜੇ। ਇਟ ਸਮੈਲ ਸੋ ਗੁੱਡ, ਵਟ ਕੈਨ ਇਟ ਬੀ, ਗੁੱਡ ਗ੍ਰੇਸ਼ੀਅਸ ਇਟਸ ਪੈਨੇਲਿਪੀ। ਹੁਣ ਆਪਾਂ ਦੇਖਿਆ ਸੀ ਕਿ ਕੈਨੀਬਲਸ ਉਹ ਲੱਤਾਂ ਜੀਆਂ ਇਕੱਠੀਆਂ ਕਰਕੇ ਆਪਣੇ ਇੱਕ ਭਾਂਡੇ ਦੇ ਆਲੇ ਦੁਆਲੇ ਬੈਠੇ ਨੇ, ਤੇ ਉਸ ਤੋਂ ਬਾਅਦ ਉਹ ਕੋਈ ਉਸ ਪੋਟ ਨੂੰ, ਉਸ ਭਾਂਡੇ ਨੂੰ ਕਿਸੇ ਚੀਜ਼ ਦੇ ਨਾਲ ਹਿਲਾ ਰਹੇ ਨੇ ਤਾਂ ਕਿ ਉਹ ਗਰਮ ਜੀ ਚੀਜ਼ ਠੰਡੀ ਹੋ ਜੇ। ਬਟ ਹੁਣ ਕਵੀ ਕਹਿੰਦਾ ਹੈ ਕਿ ਇਟ ਸਮੈਲ ਸੋ ਗੁੱਡ, ਕਹਿੰਦੇ ਬੜੀ ਇਹ ਸਮੈਲ ਇਹਦੀ ਬੜੀ ਵਧੀਆ ਆ ਰਹੀ ਹੈ ਉਸ ਭਾਂਡੇ ਚੋਂ, ਬੜੀ ਵਧੀਆ ਸਮੈਲ ਆ ਰਹੀ ਹੈ। ਵਟ ਕੈਨ ਇਟ ਬੀ, ਕੀ ਹੋ ਸਕਦਾ ਇਹਦੇ ਚ? ਫਿਰ ਉਹ ਆਪ ਹੀ ਜਵਾਬ ਦਿੰਦਾ ਹੈ, ਗੁੱਡ ਗ੍ਰੇਸ਼ੀਅਸ ਇਟਸ ਪੈਨੇਲਿਪੀ। ਹੁਣ ਗੁੱਡ ਗ੍ਰੇਸ਼ੀਅਸ ਜਿਹੜਾ ਸ਼ਬਦ ਹੈ ਇਹ ਵੀ ਇੱਕ ਹੈਰਾਨੀਵਾਚਕ, ਜਿਹਨੂੰ ਆਪਾਂ ਇੰਟਰਜੈਕਸ਼ਨ ਵਰਡਸ ਹੈ, ਤੇ ਇਸ ਨੂੰ ਆਪਾਂ ਹੈਰਾਨੀ ਦੇ ਲਈ ਯੂਜ਼ ਕਰਦੇ ਹਾਂ। ਗੁੱਡ ਗ੍ਰੇਸ਼ੀਅਸ ਆਮ ਤੌਰ ਤੇ ਪੰਜਾਬੀ 'ਚ ਇਹਦਾ ਮੀਨਿੰਗ ਮੇਰੇ ਹਿਸਾਬ ਨਾਲ ਹੁੰਦਾ ਵੀ ਜਿਵੇਂ ਰੱਬ ਤੇਰਾ ਭਲਾ ਕਰੇ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਤਾਂ ਉਵੇਂ ਗੁੱਡ ਗ੍ਰੇਸ਼ੀਅਸ। ਕਹਿੰਦੇ ਇਹ ਜਿਹੜੀ ਪੋਰਟ ਦੇ ਵਿੱਚ ਇਹ ਕੀ ਹੈ? ਇਟਸ ਪੈਨੇਲਿਪੀ, ਮਤਲਬ ਪੈਨੇਲਿਪੀ ਪਾਈ ਹੋਈ ਹੈ ਨਾ। ਪੈਨੇਲਿਪੀ ਦਾ ਮਤਲਬ ਕੀ ਹੈ ਕਿ ਪੈਨੇਲਿਪੀ ਇੱਕ ਲੇਡੀ ਦਾ ਨਾਮ ਹੈ ਜੀ। ਇਹ ਇੱਕ ਗ੍ਰੀਕ ਕੋਈ ਰਾਜਾ ਹੋਇਆ, ਗ੍ਰੀਸ ਦੇਸ਼ ਦਾ ਰਾਜਾ ਹੋਇਆ, ਉਸ ਦੀ ਵਾਈਫ ਸੀਗੀ, ਤੇ ਕਹਿੰਦੇ ਬਹੁਤ ਹੀ ਬਿਊਟੀਫੁਲ ਲੇਡੀ ਸੀਗੀ ਇਹ, ਤੇ ਉਸ ਨੂੰ ਉਹ ਪੋਰਟ ਦੇ ਵਿੱਚ ਉਸਦਾ ਸੂਪ ਬਣਾ ਕੇ ਪੀ ਰਹੇ ਨੇ। ਤਾਂ ਮੈਂ ਪਹਿਲਾਂ ਦੱਸਿਆ ਨਾ ਕਿ ਕੈਨੀਬਲਸ ਕੀ ਕਰਦੇ ਆ, ਇਹ ਆਦਮਖੋਰ ਨੇ ਤੇ ਪੈਨੇਲਿਪੀ ਦਾ ਸੂਪ ਪੀ ਰਹੇ ਨੇ। ਤਾਂ ਕਹਿੰਦਾ ਮਤਲਬ ਇਦਾਂ ਦੀਆਂ ਬੜੀਆਂ ਇੰਟਰਸਟਿੰਗ ਜਿਹੜੀਆਂ ਕਹਾਣੀਆਂ ਸੀਗੀਆਂ, ਇਹ ਅਸੀਂ ਆਪਣੇ ਟਾਈਮ ਜਦੋਂ ਬੱਚੇ ਹੁੰਦੇ ਸੀ ਉਹ ਪੜ੍ਹਦੇ ਸੀਗੇ।
ਅੱਗੇ ਹੈ ਦ ਯੰਗਰ ਵਨਸ ਹੈਡ ਬੀਟ੍ਰਿਕਸ ਪੋਟਰ ਨਾ। ਬੀਟ੍ਰਿਕਸ ਪੋਟਰ ਇੱਕ ਬਹੁਤ ਹੀ ਵਧੀਆ ਰਾਈਟਰ ਹੋਏ ਨੇ। ਉਹਨਾਂ ਦੀਆਂ ਕਹਾਣੀਆਂ ਜ਼ਿਆਦਾਤਰ ਬੱਚਿਆਂ ਦੀਆਂ ਹੀ, ਬੱਚਿਆਂ ਦੇ ਨਾਲ ਰਿਲੇਟਡ ਹੁੰਦੀਆਂ ਨੇ ਤੇ ਉਹ ਬੱਚੇ ਪੜ੍ਹਦੇ ਹੁੰਦੇ ਆ ਇਹਦੀਆਂ ਕਹਾਣੀਆਂ। ਇਸ ਤੋਂ ਅੱਗੇ ਵਿਦ ਮਿਸਟਰ ਟੌਡ ਦਾ ਡਰਟੀ ਰੋਟਰ। ਤੇ ਹੁਣ ਕਹਾਣੀਆਂ ਦੇ ਵਿੱਚ ਕਈ ਤਰ੍ਹਾਂ ਦੇ ਕਰੈਕਟਰ ਆਉਂਦੇ ਨੇ, ਜਿਵੇਂ ਮਿਸਟਰ ਟੌਡ ਆਉਂਦਾ ਹੈ ਜੋ ਕਿ ਇੱਕ ਬਹੁਤ ਹੀ ਘਟੀਆ ਜਿਹੀ ਕਿਸਮ ਦਾ ਇਨਸਾਨ ਹੈ। ਡਰਟੀ ਰੋਟਰ, ਰੋਟਰ ਦਾ ਮਤਲਬ ਹੁੰਦਾ ਹੈ ਕੋਈ ਜੋ ਨੇਕ ਦਿਲ ਇਨਸਾਨ ਨਾ ਹੋਵੇ। ਤਾਂ ਐਂਡ ਸਕੁਇਰਲ ਨਟਕਿਨ, ਤੇ ਇੱਕ ਸਕੁਇਰਲ ਦੀ ਕਹਾਣੀ ਚੱਲਦੀ ਹੈ ਗਲੈਰੀ ਦੀ, ਜਿਹਦਾ ਨਾਮ ਨਟਕਿਨ ਹੈ। ਉਹਦੀਆਂ ਕਹਾਣੀਆਂ ਅਸੀਂ ਪੜ੍ਹੀਆਂ ਨੇ। ਪਿਗਲਿੰਗ ਬਲੈਂਡ, ਇੱਕ ਪਿਗ ਹੈ, ਉਸ ਪਿਗਲਿੰਗ ਬਲੈਂਡ ਦੀਆਂ ਕਹਾਣੀਆਂ ਪੜ੍ਹੀਆਂ ਨੇ। ਐਂਡ ਮਿਸਿਸ ਟਿਗੀ ਵਿੰਕਲ, ਤੇ ਇਸੇ ਤਰ੍ਹਾਂ ਇੱਕ ਇੱਕ ਲੇਡੀ ਹੈ ਮਿਸਿਸ ਟਿਗੀ ਵਿੰਕਲ, ਉਸ ਦੀਆਂ ਕਹਾਣੀਆਂ ਵੀ ਅਸੀਂ ਛੋਟੇ ਹੁੰਦਿਆਂ ਪੜ੍ਹੀਆਂ ਨੇ। ਐਂਡ ਹੁਣ ਤੁਸੀਂ ਇੱਥੇ ਦੇਖੋ ਐਂਡ ਲੱਗਿਆ ਹੋਇਆ, ਐਂਡ ਤੋਂ ਬਾਅਦ ਇਹਦਾ ਮਤਲਬ ਅਤੇ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਨੇ। ਐਂਡ ਦਾ ਇੱਥੇ ਮਤਲਬ ਹੈ ਕਿ ਹਜੇ ਹੋਰ ਵੀ ਕਈ ਨਾਮ ਆ ਸਕਦੇ ਸੀ ਜੋ ਕਵੀ ਲਿਖ ਸਕਦਾ ਸੀ, ਲੇਕਿਨ ਉਸਨੇ ਇੱਥੇ ਫਿਰ ਐਂਡ ਲਾ ਕੇ ਖਤਮ ਕਰਤੀ ਲਾਈਨ। ਫਿਰ ਉਸਨੇ ਕੁਝ ਸਟੋਰੀਜ਼ ਦਾ ਨਾਮ ਲਿਖਿਆ, ਜਿਵੇਂ ਜਸਟ ਹਾਊ ਦਾ ਕੈਮਲ ਗੋਟ ਹਿਜ਼ ਹੰਪ। ਇਹ ਬੱਚਿਓ ਸ਼ਾਇਦ ਤੁਸੀਂ ਆਪਣੀ ਯਾਦ ਹੋਵੇ, ਤੁਸੀਂ ਆਪਣੀਆਂ ਮਿਡਲ ਕਲਾਸਿਸ ਦੇ ਵਿੱਚ ਸ਼ਾਇਦ ਕਹਾਣੀ ਪੜ੍ਹੀ ਹੈ, ਹਾਊ ਦਾ ਕੈਮਲ ਗੋਟ ਹਿਜ਼ ਹੰਪ ਐਂਡ ਹਾਊ ਦਾ ਮੰਕੀ ਲੋਸਟ ਇਟਸ ਰੰਪ। ਤੇ ਇਹ ਵੀ ਇੱਕ ਕਹਾਣੀ ਹੈ ਮੰਕੀ ਦੀ। ਰੰਪ ਦਾ ਮਤਲਬ ਬੈਕ ਸਾਈਡ ਹੁੰਦਾ, ਕਿਸ ਤਰ੍ਹਾਂ ਇੱਕ ਮੰਕੀ ਨੇ ਆਪਣੀ ਬੈਕ ਸਾਈਡ ਉਹਦੀ ਖੋ ਗਈ ਸੀਗੀ, ਤਾਂ ਉਹ ਹਾਊ ਦਾ ਮੰਕੀ ਲੋਸਟ ਹਿਜ਼ ਰੰਪ, ਇਹ ਵੀ ਕਹਾਣੀ ਦਾ ਨਾਮ ਹੈ। ਐਂਡ ਮਿਸਟਰ ਟੌਡ, ਇਹ ਵੀ ਇੱਕ ਕਹਾਣੀ ਦਾ ਕਰੈਕਟਰ ਹੈ। ਐਂਡ ਬਲੈਸ ਮਾਈ ਸੋਲ ਦੇਅਰ ਇਜ਼ ਮਿਸਿਸ ਰੈਟ ਐਂਡ ਮਿਸਟਰ ਮੋਲ। ਤਾਂ ਮਿਸਟਰ ਮੋਲ, ਮਿਸਟਰ ਰੈਟ, ਮਿਸਟਰ ਟੋਡ, ਇਹ ਸਾਰੀਆਂ ਕਹਾਣੀਆਂ ਦੇ ਪਾਤਰ ਹੈ ਜੋ ਬੱਚਿਆਂ ਦੀਆਂ ਕਹਾਣੀਆਂ ਨੇ। ਇਹਨਾਂ ਸਾਰੇ ਪਾਤਰਾਂ ਦੀਆਂ ਕਹਾਣੀਆਂ ਉਹਨਾਂ ਨੇ ਪੜ੍ਹੀਆਂ ਹੋਈਆਂ ਨੇ। ਉਹ ਬੁੱਕਸ, ਵਟ ਬੁੱਕਸ ਦੇ ਯੂਜ਼ ਟੂ ਨੋ ਦੋਜ਼ ਚਿਲਡਰਨ ਲਿਵਿੰਗ ਲੌਂਗ ਅਗੋ। ਤੇ ਇਹ ਜਿਹੜੀਆਂ ਬੁੱਕਸ ਨੇ, ਇਹ ਤੁਸੀਂ ਹੁਣ ਉਹ ਕਵੀ ਕਹਿ ਰਿਹਾ ਨਾ ਪੇਰੈਂਟਸ ਨੂੰ, ਇਹ ਬੁੱਕਸ ਤੁਸੀਂ ਪੜ੍ਹਦੇ ਹੁੰਦੇ ਸੀਗੇ ਜਦ ਤੁਸੀਂ ਛੋਟੇ ਹੁੰਦੇ ਸੀਗੇ। ਦੋਜ਼ ਚਿਲਡਰਨ, ਤੁਸੀਂ ਜਿਹੜੇ ਚਿਲਡਰਨ ਸੀਗੇ, ਲਿਵਿੰਗ ਲੌਂਗ ਐਗੋ, ਜਦੋਂ ਬਹੁਤ ਦੇਰ ਪਹਿਲਾਂ। ਦੇਖੋ ਹੁਣ ਇੱਥੇ ਵੀ ਇਹ ਇੱਕ ਜਿਹੜੀ ਲਾਈਨ ਹੈ, ਇਸ ਦੇ ਵਿੱਚ ਵੀ ਕਵੀ ਨੇ ਹਾਈਪਰਬੋਲੀ ਯੂਜ਼ ਕੀਤੀ ਹੈ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਹਾਈਪਰਬੋਲੀ ਕੀ ਹੁੰਦੀ ਹੈ, ਜਦੋਂ ਬਹੁਤ ਹੀ ਜ਼ਿਆਦਾ ਕਵੀ ਮਤਲਬ ਕਿ ਐਗਜ਼ੈਜਰੇਸ਼ਨ ਕਰਦਾ ਹੈ ਵਰਡਸ ਦੀ, ਉਹਨੂੰ ਕਹਿੰਦੇ ਨੇ। ਕਹਿੰਦੇ ਉਹ ਚਿਲਡਰਨ ਜਦੋਂ ਲਿਵਿੰਗ ਲੌਂਗ ਐਗੋ, ਜਦੋਂ ਬਹੁਤ ਦੇਰ ਪਹਿਲਾਂ ਜਿਉਂਦੇ ਹੁੰਦੇ ਸੀ, ਲਿਵਿੰਗ ਲੌਂਗ ਐਗੋ। ਤਾਂ ਲਿਵਿੰਗ ਲੌਂਗ ਐਗੋ ਦਾ ਮਤਲਬ ਤਾਂ ਇਹ ਹੋਣਾ ਚਾਹੀਦਾ ਕਿ ਸਦੀਆਂ ਪੁਰਾਣੀ ਗੱਲ ਹੈ, ਲੇਕਿਨ ਇਹ ਤਾਂ ਕੋਈ ਸਦੀਆਂ ਪੁਰਾਣੀ ਗੱਲ ਨਹੀਂ ਹੈ। ਤਾਂ ਸਿਰਫ ਉਹਨਾਂ ਦੇ ਪੇਰੈਂਟਸ ਦੀ ਗੱਲ ਹੋ ਰਹੀ ਹੈ ਨਾ, ਕਿ ਜਦ ਤੁਸੀਂ ਬੱਚੇ ਹੁੰਦੇ ਸੀ ਤਾਂ ਉਸ ਟਾਈਮ ਤੁਸੀਂ ਇਹ ਕਹਾਣੀਆਂ ਪੜ੍ਹਦੇ ਹੁੰਦੇ ਸੀਗੇ। ਸੋ ਪਲੀਜ਼ ਓ ਪਲੀਜ਼ ਵੀ ਬੈਗ ਵੀ ਪ੍ਰੇ ਗੋ ਥਰੂ ਯੂਅਰ ਟੀਵੀ ਸੈਟ ਅਵੇ। ਤਾਂ ਹੁਣ ਕਵੀ ਸਾਰੀਆਂ ਗੱਲਾਂ ਪੇਰੈਂਟਸ ਨੂੰ ਉਸਨੇ ਦੱਸੀਆਂ ਨੇ ਕਿ ਤੁਸੀਂ ਜਦੋਂ ਛੋਟੇ ਹੁੰਦੇ ਸੀ ਆਹ ਬੁੱਕਸ ਪੜ੍ਹਦੇ ਸੀਗੇ, ਤੁਸੀਂ ਵੀ ਤਾਂ ਉਹਨਾਂ ਦਿਨਾਂ ਦੇ ਵਿੱਚ ਆਪਣੀ ਇੰਟਰਟੇਨਮੈਂਟ ਇਸੇ ਤਰ੍ਹਾਂ ਕਰਦੇ ਸੀ ਨਾ। ਤਾਂ ਹੁਣ ਉਹ ਉਹਨਾਂ ਗੱਲਾਂ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਉਹ ਪੇਰੈਂਟਸ ਨੂੰ ਕਹਿ ਰਿਹਾ ਹੈ, ਇੱਕ ਤਰ੍ਹਾਂ ਦੀ ਉਹਨਾਂ ਦੇ ਅੱਗੇ ਪ੍ਰਾਰਥਨਾ ਕਰ ਰਿਹਾ। ਸੋ ਪਲੀਜ਼ ਓ ਪਲੀਜ਼ ਓ ਪਲੀਜ਼ ਪਲੀਜ਼ ਬਾਰ-ਬਾਰ ਕਹਿ ਰਿਹਾ। ਦੇਖੋ ਕਹਿੰਦਾ ਵੀ ਬੈਗ, ਕਹਿੰਦਾ ਮੈਂ ਤੁਹਾਡੇ ਅੱਗੇ ਮਤਲਬ ਤੁਹਾਡੇ ਅੱਗੇ ਭੀਖ ਮੰਗਦਾ, ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਜਾਓ ਅਤੇ ਆਪਣੇ ਟੀਵੀ ਨੂੰ ਬਾਹਰ ਸੁੱਟ ਦਿਓ। ਗੋ ਥਰੋ ਯੋਰ ਟੀਵੀ ਸੈਟ ਅਵੇ, ਕਿ ਤੁਸੀਂ ਆਪਣਾ ਟੀਵੀ ਬਾਹਰ ਸੁੱਟ ਦਿਓ ਜਿਹੜਾ ਤੁਸੀਂ ਇੰਸਟਾਲ ਕਰ ਰੱਖਿਆ, ਜਿਹਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਜਮੀ ਨਕਾਰਾ ਬਣਾਤਾ। ਐਂਡ ਇਨ ਇਟਸ ਪਲੇਸ ਯੂ ਕੈਨ ਇੰਸਟਾਲ ਅ ਲਵਲੀ ਬੁੱਕ ਸ਼ੈਲਫ ਔਨ ਦਾ ਵਾਲ। ਕਹਿੰਦੇ ਫਿਰ ਉਸਦੀ ਥਾਂ ਤੇ, ਜਿਸ ਸ਼ੈਲਫ ਤੇ ਤੁਸੀਂ ਟੀਵੀ ਰੱਖਿਆ ਹੋਇਆ ਹੈ, ਉਸ ਉਹਨੂੰ ਮਤਲਬ ਬਾਹਰ ਸੁੱਟ ਦਿਓ ਤੇ ਉੱਥੇ ਇੱਕ ਲਵਲੀ ਬੁੱਕ ਸ਼ੈਲਫ, ਮਤਲਬ ਬੁੱਕ ਸ਼ੈਲਫ ਜਿਹੜੀ ਇੱਕ ਸ਼ੈਲਫ ਬਣਾਓ, ਇੱਕ ਇਸ ਤਰ੍ਹਾਂ ਦੀ ਕੰਸ ਬਣਾਓ ਜਿਹਦੇ ਵਿੱਚ ਬਹੁਤ ਸੋਹਣੀਆਂ, ਜਿਹਦੇ ਉੱਪਰ ਕਿਤਾਬਾਂ ਰੱਖੀਆਂ ਹੋਣ, ਵਾਲ ਦੇ ਉੱਪਰ ਉਹ ਕੰਸ ਬਣਾਓ, ਤੁਸੀਂ ਸ਼ੈਲਫ ਬਣਾਓ। ਦੈਨ ਫਿਲ ਦਾ ਸ਼ੈਲਫ ਵਿਦ ਲੋਟਸ ਆਫ ਬੁੱਕਸ। ਤੇ ਫਿਰ ਉਸ ਸ਼ੈਲਫ ਨੂੰ ਤੁਸੀਂ ਬੁੱਕਸ ਦੇ ਨਾਲ, ਲੋਟਸ ਆਫ ਬੁੱਕਸ, ਲੋਟਸ ਆਫ ਬੁੱਕਸ, ਬਹੁਤ ਸਾਰੀਆਂ ਬੁੱਕਸ ਦੇ ਨਾਲ ਤੁਸੀਂ ਉਹਨੂੰ ਭਰ ਦਿਓ। ਇਗਨੋਰਿੰਗ ਆਲ ਦਾ ਡਰਟੀ ਲੁਕਸ। ਕਹਿੰਦੇ ਹਾਂ, ਜਦੋਂ ਤੁਸੀਂ ਇਹ ਕੰਮ ਕਰੋਗੇ, ਜਦੋਂ ਤੁਸੀਂ ਟੀਵੀ ਨੂੰ ਬਾਹਰ ਸੁੱਟੋਗੇ ਤਾਂ ਉਸ ਤੋਂ ਬਾਅਦ ਤੁਸੀਂ ਉਹ ਸ਼ੈਲਫ ਦੇ ਉੱਪਰ ਕਿਤਾਬਾਂ ਰੱਖੋਗੇ, ਤਾਂ ਇੱਕ ਵਾਰੀ ਤੁਹਾਨੂੰ ਡਰਟੀ ਲੁਕਸ ਮਿਲਣਗੀਆਂ ਨਾ। ਉਹ ਡਰਟੀ ਲੁਕਸ ਕਿਹਦੀਆਂ ਕਹੀਆਂ ਗਈਆਂ? ਬੱਚਿਆਂ ਦੀਆਂ, ਬੱਚਿਆਂ ਦੀਆਂ। ਬਿਕੋਜ਼ ਬੱਚੇ ਤਾਂ ਨਹੀਂ ਚਾਹੁੰਦੇ ਹੋਣਗੇ ਕਿ ਟੀਵੀ ਮੇਰੇ ਮੰਮੀ ਡੈਡੀ ਬਾਹਰ ਸੁੱਟ ਦੇਣ ਤੇ ਉਹਦੀ ਥਾਂ ਤੇ ਕਿਤਾਬਾਂ ਰੱਖ ਦੇਣ। ਤਾਂ ਇੱਕ ਵਾਰੀ ਉਹ ਜਿਹੜੀਆਂ ਲੁਕਸ ਹੋਣਗੀਆਂ ਚੰਗੀਆਂ ਨਹੀਂ ਹੋਣਗੀਆਂ, ਭੈੜੇ ਜਿਹੇ ਚਿਹਰੇ ਬਣਾਉਣਗੇ ਤੁਹਾਨੂੰ ਦੇਖ ਕੇ। ਉਹਨਾਂ ਨੂੰ ਇਗਨੋਰ ਕਰ ਦਿਓ। ਜਦੋਂ ਇਸ ਤਰ੍ਹਾਂ ਦੇ ਉਹ ਕਰਨ ਕੰਮ, ਉਹਨਾਂ ਨੂੰ ਇਗਨੋਰ ਕਰ ਦਿਓ, ਉਹਨਾਂ ਵੱਲ ਧਿਆਨ ਨਾ ਦਿਓ। The scream and yells, the bites and kicks and children hitting you with the sticks। ਕਹਿੰਦੇ ਉਹ ਬੱਚੇ ਸਿਰਫ ਆਪਣੇ ਤਰ੍ਹਾਂ ਤਰ੍ਹਾਂ ਦੇ
ਭੈੜੇ ਜਿਹੇ ਚਿਹਰੇ ਤਾਂ ਬਣਾਉਣਗੇ ਹੀ, ਪਰ ਨਾਲ ਹੋ ਸਕਦਾ ਹੈ ਕਿ ਉਹ ਚੀਕਾਂ ਮਾਰਨ, ਸਕਰੀਮ, ਚੀਕਾਂ ਮਾਰਨ, ਯੈਲਸ, ਉਹੀ ਰੌਲਾ ਪਾਉਣ, ਚੀਕਾਂ ਮਾਰਨ। ਹੋ ਸਕਦਾ ਤੁਹਾਨੂੰ ਦੰਦੀਆਂ ਵੱਢਣ, ਦਾ ਬਾਈਟਸ, ਤੁਹਾਨੂੰ ਆ ਕੇ ਦੰਦੀਆਂ ਵੱਢਣ ਵੀ ਹਾਂ ਪਾਪਾ ਜੀ ਇਹ ਕੀ ਕਰ ਰਹੇ ਹੋ, ਟੀਵੀ ਨੂੰ ਬਾਹਰ ਸੁੱਟ ਰਹੇ ਹੋ ਸਕਦਾ ਕਿ ਤੁਹਾਨੂੰ ਕਿੱਕਾਂ ਮਾਰਨ ਆ ਕੇ, ਪੈਰਾਂ ਦੀਆਂ ਮਤਲਬ ਕਿ ਤੁਹਾਨੂੰ ਕਿੱਕਾਂ ਮਾਰਨ ਆ ਕੇ, ਠੋਕਰਾਂ ਮਾਰਨ। ਐਂਡ ਚਿਲਡਰਨ ਹਿਟਿੰਗ ਯੂ ਵਿਦ ਦਾ ਸਟਿਕਸ, ਹੋ ਸਕਦਾ ਹੈ ਕਿ ਤੁਹਾਨੂੰ ਉਹ ਆਪਣੀ ਕੋਈ ਸੋਟੀ ਚੱਕ ਕੇ ਉਹ ਵੀ ਮਾਰਨ ਨੂੰ ਆਉਣ। ਤਾਂ ਬੱਚਿਓ ਇੱਥੇ ਥੋੜ੍ਹੀ ਜਿਹੀ ਐਗਜ਼ੈਜਰੇਸ਼ਨ ਹੋ ਗਈ, ਕਿਉਂਕਿ ਜੇ ਆਪਾਂ ਇੰਡੀਅਨ ਕੰਟੈਕਸਟ ਦੇ ਵਿੱਚ ਦੇਖੀਏ, ਮੈਨੂੰ ਨਹੀਂ ਲੱਗਦਾ ਕਿ ਜਿਹੜੇ ਬੱਚੇ ਨੇ ਉਹ ਆਪਣੇ ਮਾਂ-ਬਾਪ ਨੂੰ ਇਸ ਤਰ੍ਹਾਂ ਕਰਨਗੇ। ਉਹਨਾਂ ਨੂੰ ਉਹ ਹਾਂ ਠੀਕ ਹੈ, ਡਰਟੀ ਲੁੱਕਸ ਤਾਂ ਬਣਾ ਸਕਦੇ ਨੇ, ਲੇਕਿਨ ਉਹ ਬਾਈਟਸ ਕਰਨਗੇ, ਉਹਨਾਂ ਨੂੰ ਕੱਟਣਗੇ, ਉਹਨਾਂ ਨੂੰ ਮਾਰਨਗੇ, ਸੋਟੀਆਂ ਮਾਰਨਗੇ, ਇਸ ਤਰ੍ਹਾਂ ਨਹੀਂ ਹੁੰਦਾ। ਹਾਂ, ਫੋਰਨ ਦੇ ਵਿੱਚ ਇਹ ਹੋ ਸਕਦਾ ਹੈ, ਬਿਕੋਜ਼ ਉੱਥੇ ਇੱਦਾਂ ਦੇ ਕੇਸ ਸਾਨੂੰ ਦੇਖਣ ਨੂੰ ਮਿਲਦੇ ਨੇ। ਤਾਂ ਸਾਨੂੰ ਇਹ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਇਹ ਜਿਹੜੀ ਕਵਿਤਾ ਹੈ ਇੱਕ ਬ੍ਰਿਟਿਸ਼ਰ ਨੇ ਲਿਖੀ ਹੈ, ਮਤਲਬ ਬਾਹਰਲੇ ਰਾਈਟਰ ਨੇ, ਉਹਨਾਂ ਨੇ ਲਿਖੀ ਹੈ। ਤਾਂ ਉੱਥੇ ਦੇ ਕੰਟੈਕਸਟ ਦੇ ਵਿੱਚ ਇਹ ਗੱਲਾਂ ਸਹੀ ਨੇ, ਪਰ ਸਾਡੇ ਕੰਟੈਕਸਟ ਦੇ ਵਿੱਚ, ਸਾਡੇ ਸੰਦਰਭ ਦੇ ਵਿੱਚ ਇਹ ਗੱਲਾਂ ਸਹੀ ਨਹੀਂ ਹੈਗੀਆਂ। ਫੀਅਰ ਨਾਟ, ਕਹਿੰਦੇ ਨਾ ਡਰੋ, ਤੁਹਾਨੂੰ ਡਰਨਾ ਨਹੀਂ ਚਾਹੀਦਾ। ਜਦੋਂ ਇਹ ਸਾਰੇ ਕੰਮ ਕਰਨਗੇ, ਤੁਹਾਨੂੰ ਮਾਰਨਗੇ, ਤੁਹਾਨੂੰ ਬੁਰਾ ਭਲਾ ਕਹਿਣਗੇ, ਤਾਂ ਤੁਸੀਂ ਡਰਨਾ ਨਹੀਂ ਹੈ। ਬਿਕੋਜ਼ ਵੀ ਪ੍ਰੋਮਿਸ ਯੂ ਦੈਟ ਇਨ ਅਬਾਊਟ ਅ ਵੀਕ ਔਰ ਟੂ, ਕਹਿੰਦੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ, ਕਹਿੰਦੇ ਮੈਂ ਤੁਹਾਨੂੰ ਇਹ ਵਚਨ ਦਿੰਦਾ ਕਿ 1-2 ਹਫ਼ਤੇ ਤੁਹਾਡੇ ਨਾਲ ਉਹ ਬੱਚੇ ਨਾਰਾਜ਼ ਰਹਿਣਗੇ। ਇਨ ਅਬਾਊਟ ਅ ਵੀਕ ਔਰ ਟੂ, 1-2 ਹਫ਼ਤੇ ਤੁਹਾਡੇ ਨਾਲ ਨਾਰਾਜ਼ ਰਹਿਣਗੇ। ਆਫ ਹੈਵਿੰਗ ਨਥਿੰਗ ਐਲਸ ਟੂ ਡੂ, ਜਦੋਂ ਉਹਨਾਂ ਕੋਲੇ ਕੁਝ ਕਰਨ ਨੂੰ ਹੋਏਗਾ ਹੀ ਨਹੀਂ, ਉਹਨਾਂ ਕੋਲੇ ਟੀਵੀ ਦੇਖਣ ਨੂੰ ਨਹੀਂ ਹੈ, ਠੀਕ ਹੈ, ਤਾਂ ਉਹਨਾਂ ਕੋਲੇ ਕੁਝ ਕਰਨ ਨੂੰ ਨਹੀਂ ਹੈ, ਤਾਂ ਫਿਰ ਉਹ ਕੀ ਕਹਿਣਗੇ, ਦੇ ਵਿਲ ਨਾਓ ਬਿਗਨ ਟੂ ਫੀਲ ਦਾ ਨੀਡ ਆਫ ਹੈਵਿੰਗ ਸਮਥਿੰਗ ਟੂ ਰੀਡ। ਫਿਰ ਉਹਨਾਂ ਨੂੰ ਲੱਗੇਗਾ ਕਿ ਚਲੋ ਹੁਣ ਜਿਹੜੀਆਂ ਬੁੱਕਸ ਨੇ ਇਹੀ ਪੜ੍ਹ ਲਓ, ਜਾਂ ਟੀਵੀ ਤਾਂ ਹੈ ਨਹੀਂ। ਬਿਗਨ ਟੂ ਫੀਲ, ਉਹ ਸੋਚਣਾ ਸ਼ੁਰੂ ਕਰ ਦੇਣਗੇ, ਆਫ ਹੈਵਿੰਗ ਸਮਥਿੰਗ ਟੂ ਰੀਡ, ਕਿ ਕੁਝ ਆਪਾਂ ਚਲੋ ਪੜ੍ਹੀਏ। ਤਾਂ ਉਹ ਫਿਰ ਉਹਨਾਂ ਬੁੱਕਸ ਨੂੰ ਪੜ੍ਹਨਾ ਸ਼ੁਰੂ ਕਰ ਦੇਣਗੇ। And once they start, oh boy, you watch the slowly growing joy that fills their hearts. ਤਾਂ ਇਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਜਦੋਂ ਇੱਕ ਵਾਰੀ ਉਹਨਾਂ ਨੇ ਪੜ੍ਹਨਾ ਸਟਾਰਟ ਕਰਤਾ, ਉਹਨਾਂ ਨੇ ਉਸ ਤੋਂ ਪਹਿਲੇ ਲਾਈਨਾਂ 'ਚ ਇਹ ਲਿਖਿਆ ਨਾ ਕਿ ਜਦੋਂ ਉਹਨਾਂ ਕੋਲੇ ਕੁਝ ਕੰਮ ਕਰਨ ਲਈ ਕੁਝ ਹੋਏਗਾ ਹੀ ਨਹੀਂ, ਦੇ ਵਿਲ ਬਿਗਨ ਟੂ ਫੀਲ ਦਾ ਨੀਡ ਆਫ ਹੈਵਿੰਗ ਸਮਥਿੰਗ ਟੂ ਰੀਡ, ਤਾਂ ਉਹ ਪੜ੍ਹਨਾ ਸਟਾਰਟ ਕਰ ਦੇਣਗੇ ਉਹ ਸ਼ੈਲਫ ਦੀਆਂ ਬੁੱਕਸ ਨੂੰ। ਤੇ ਜਦੋਂ ਇੱਕ ਵਾਰੀ ਉਹਨਾਂ ਨੇ ਪੜ੍ਹਨਾ ਸਟਾਰਟ ਕਰਤਾ, ਐਂਡ ਵਾਂਸ ਦੇ ਸਟਾਰਟ, ਓ ਬੋਏ, ਹੁਣ ਇੱਥੇ ਦੇਖੋ ਦੁਬਾਰ ਤੋਂ ਫਿਰ ਰੈਪੀਟੇਸ਼ਨ ਆਫ ਵਰਡਸ ਹੈ। ਓ ਬੋਏ ਦਾ ਮਤਲਬ ਕਿਸੇ ਲੜਕੇ ਨੂੰ ਨਹੀਂ ਪੁਕਾਰਿਆ ਜਾ ਰਿਹਾ। ਤਾਂ ਇਹ ਜਦੋਂ ਸਪੋਜ਼ ਕਰੋ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਵੋ, ਹੈ ਨਾ, ਕੋਈ ਤੁਹਾਨੂੰ ਚੀਜ਼ ਮਿਲ ਜੇ ਜਿਹੜੀ ਤੁਸੀਂ ਲੱਭ ਰਹੇ ਹੋਵੋ ਤੇ ਤੁਸੀਂ ਬੜੇ ਖੁਸ਼ ਹੋਵੋ, ਤਾਂ ਉਦੋਂ ਤੁਸੀਂ ਇਹ ਵਾਲਾ ਐਕਸਪ੍ਰੈਸ਼ਨ ਯੂਜ਼ ਕਰਦੇ ਹੋ ਇੰਗਲਿਸ਼ ਦੇ ਵਿੱਚ, ਓ ਬੋਏ, ਠੀਕ ਹੈ। ਤਾਂ ਯੂ ਵਾਚ ਦਾ ਸਲੋਲੀ ਗਰੋਇੰਗ ਜੋਏ ਦੈਟ ਫਿਲਸ ਦੇਅਰ ਹਾਰਟਸ, ਕਹਿੰਦੇ ਫਿਰ ਤੁਸੀਂ ਉਹਨਾਂ ਦੇ ਅੰਦਰ ਨਾ ਹੌਲੀ ਹੌਲੀ ਉਹ ਖੁਸ਼ੀ ਦੇਖੋਗੇ ਜਿਹੜੀ ਉਹਨਾਂ ਦੇ ਹਾਰਟਸ ਦੇ ਵਿੱਚ ਪਹਿਲਾਂ ਨਹੀਂ ਸੀਗੀ, ਜਿਹੜੇ ਉਹਨਾਂ ਦੇ ਦਿਲਾਂ ਦੇ ਵਿੱਚ ਖੁਸ਼ੀ ਨਹੀਂ ਸੀ। ਸਿਰਫ ਉਹ ਇੱਕ ਬੁੱਧੂ ਬਣ ਕੇ ਇੱਕ ਟੀਵੀ ਨੂੰ ਦੇਖ ਰਹੇ ਸੀਗੇ, ਹੁਣ ਉਹਨਾਂ ਦੇ ਦਿਲਾਂ ਦੇ ਵਿੱਚ ਤੁਸੀਂ ਉਹ ਖੁਸ਼ੀ ਭਰਦੇ ਦੇਖੋਗੇ, ਗਰੋਇੰਗ, ਵੱਧ ਰਹੀ ਖੁਸ਼ੀ ਨੂੰ ਦੇਖੋਗੇ ਉਹਨਾਂ ਦੇ ਹਾਰਟਸ ਦੇ ਵਿੱਚ। ਦੇ ਵਿਲ ਗਰੋ ਸੋ ਕੀਨ, ਦੇ ਵਿਲ ਵੰਡਰ ਵਟ ਦੇ ਹੈਡ ਐਵਰ ਸੀਨ, ਕਹਿੰਦੇ ਫਿਰ ਉਹ ਇੰਨੇ ਜ਼ਿਆਦਾ ਕੀਨ ਹੋ ਜਾਣਗੇ। ਕੀਨ ਦਾ ਮਤਲਬ ਹੁੰਦਾ ਬੇਟਾ ਈਗਰ ਹੋ ਜਾਣਾ, ਉਤਸੁਕ ਹੋ ਜਾਣਗੇ, ਤੇ ਉਹਨਾਂ ਦੇ ਅੰਦਰ ਇਸ ਤਰ੍ਹਾਂ ਹੋਏਗਾ ਕਿ ਉਹ ਇੰਨੇ ਜ਼ਿਆਦਾ ਉਹ ਖੁਸ਼ ਹੋਣਗੇ, ਇੰਨੇ ਜ਼ਿਆਦਾ ਉਹ ਈਗਰ ਹੋਣਗੇ ਕਿ ਉਹ ਸੋਚਣਗੇ, ਮਤਲਬ ਇੰਨੇ ਵੰਡਰ, ਉਹ ਇੰਨੇ ਹੈਰਾਨ ਹੋਣਗੇ ਕਿ ਉਹਨਾਂ ਨੇ ਕੀ ਦੇਖ ਲਿਆ ਇਨ ਦੈਟ, ਤੇ ਕੀ ਪਹਿਲਾਂ ਦੇਖ ਰਹੇ ਸੀ ਤੇ ਕੀ ਹੁਣ ਦੇਖਿਆ। ਇੱਥੇ ਦੇਖੋ ਨਾ ਲਿਖਿਆ ਵਟ ਦੇ ਹੈਡ ਐਵਰ ਸੀਨ ਇਨ ਦੈਟ ਰਿਡੀਕੁਲਸ ਮਸ਼ੀਨ। ਹੁਣ ਇੱਥੇ ਫੇਰ ਇੱਕ ਵਰਡ ਟੀਵੀ ਲਈ ਯੂਜ਼ ਕੀਤਾ ਗਿਆ, ਰਿਡੀਕੁਲਸ। ਨਾ ਰਿਡੀਕੁਲਸ ਦਾ ਮਤਲਬ ਹੁੰਦਾ ਹੈ ਜਿਹੜੀ ਬਹੁਤ ਹੀ ਭੈੜੀ ਚੀਜ਼ ਹੋਵੇ, ਹੇਟਫੁਲ, ਜਿਹਨੂੰ ਆਪਾਂ ਹੇਟ ਕਰੀਏ, ਨਫ਼ਰਤ ਕਰੀਏ, ਉਹਨੂੰ ਆਪਾਂ ਕਹਿੰਦੇ ਹਾਂ ਰਿਡੀਕੁਲਸ। ਤਾਂ ਰਿਡੀਕੁਲਸ ਮਸ਼ੀਨ ਕਿਹਨੂੰ ਕਿਹਾ ਗਿਆ, ਟੀਵੀ ਨੂੰ ਕਿਹਾ ਗਿਆ। ਤਾਂ ਆਪਾਂ ਕਵਿਤਾ ਦੇ ਵਿੱਚ ਇਹ ਵੀ ਪੜ੍ਹਿਆ ਕਿ ਉਸਨੇ ਟੀਵੀ ਨੂੰ ਕਿੰਨੇ ਸਾਰੇ ਹੋਰ ਨਾਮ ਦਿੱਤੇ ਨੇ। ਸ਼ੁਰੂਆਤ ਦੇ ਵਿੱਚ ਉਸਨੇ ਟੀਵੀ ਨੂੰ ਇਡੀਓਟਿਕ ਥਿੰਗ ਕਿਹਾ, ਫਿਰ ਉਸਨੂੰ ਉਸਨੇ ਘਾਸਟਲੀ ਜੰਕ ਕਿਹਾ, ਫਿਰ ਉਸਨੇ ਮੌਨਸਟਰਸ ਕਿਹਾ, ਹੁਣ ਉਹ ਇਸਨੂੰ ਰਿਡੀਕੁਲਸ ਕਹਿ ਰਿਹਾ। ਤਾਂ ਇਹ ਸਾਰੇ ਨਾਮ ਉਸਨੇ ਟੀਵੀ ਨੂੰ ਦਿੱਤੇ ਨੇ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਕਵੀ ਉਸ ਟੀਵੀ ਨੂੰ ਕਿੰਨਾ ਜ਼ਿਆਦਾ ਹੇਟ ਕਰਦਾ, ਕਿੰਨਾ ਜ਼ਿਆਦਾ ਨਫ਼ਰਤ ਕਰਦਾ। ਫਿਰ ਉਸ ਦੇ ਲਈ ਉਸਨੇ ਹੋਰ ਐਡਜੈਕਟਿਵ ਯੂਜ਼ ਕਰੇ ਨੇ, ਅਗਲੀ ਲਾਈਨ ਦੇਖੋ, ਉਸਨੇ ਉਸਨੂੰ ਕਿਹਾ that nauseating, foul, unclean, repulsive television screen। ਉਹਨਾਂ ਨੇ ਟੈਲੀਵਿਜ਼ਨ ਸਕਰੀਨ ਦੇ ਅੱਗੇ ਦੇਖੋ ਕਿੰਨੇ ਸਾਰੇ ਵਿਸ਼ੇਸ਼ਣ ਲਾਏ ਨੇ, ਐਡਜੈਕਟਿਵ ਲਾਏ ਨੇ। nauseating ਦਾ ਮਤਲਬ ਹੁੰਦਾ ਹੈ ਜਿਹਨੂੰ ਦੇਖ ਕੇ ਤੁਹਾਨੂੰ ਜਿਵੇਂ ਤੁਹਾਡਾ ਮਨ ਜਾ ਖਰਾਬ ਹੋਵੇ, ਤੁਹਾਨੂੰ ਉਲਟੀਆਂ ਆਉਣ ਲੱਗੇ, ਉਹਨੂੰ ਕਹਿੰਦੇ nauseating। foul, ਬਹੁਤ ਹੀ ਗੰਦੀ ਜੀ ਸਮੈਲ ਵਾਲਾ। unclean, ਜਿਹੜੀ ਚੀਜ਼ ਠੀਕ ਹੀ ਨਹੀਂ ਹੈ। ਟੀਵੀ ਦੀ ਸਕਰੀਨ ਨੂੰ ਅਨਕਲੀਨ ਕਹਿ ਰਿਹਾ। ਦੇਖੋ, ਅਨਕਲੀਨ ਦਾ ਮਤਲਬ ਇਹ ਨਹੀਂ ਕਿ ਟੀਵੀ ਦੀ ਸਕਰੀਨ ਸਾਫ਼ ਨਹੀਂ ਹੈ, ਇੱਥੇ ਇਹਦਾ ਮਤਲਬ ਇਹ ਹੈ ਕਿ ਟੈਲੀਵਿਜ਼ਨ ਸਕਰੀਨ ਦੇ ਵਿੱਚ ਜੋ ਕੁਝ ਦਿਖਾਇਆ ਜਾਂਦਾ ਬੱਚਿਆਂ ਨੂੰ ਉਹ ਸਹੀ ਨਹੀਂ ਹੁੰਦਾ, ਉਹ ਉਹਨਾਂ ਦੇ ਮਨ 'ਚ ਦੁਸ਼ਪ੍ਰਚਾਰ ਭਰਦਾ ਹੈ, ਕੋਈ ਉਹਨਾਂ ਦੇ ਮਨ ਦੀ ਸ਼ੁੱਧੀਕਰਨ ਨਹੀਂ ਕਰਦਾ। ਰਿਪਲਸਿਵ ਦਾ ਮਤਲਬ ਹੇਟਫੁਲ ਹੁੰਦਾ ਹੈ।
ਰਿਪਲਸਿਵ ਕਿ ਹੇਟਫੁਲ ਟੀਵੀ ਸਕਰੀਨ ਹੈ। ਵੀ ਹੁਣ ਬੱਚੇ ਜਦੋਂ ਨਾ ਉਸ ਨੂੰ ਕੰਪੈਰੀਜ਼ਨ ਕਰਨਗੇ, ਜਦੋਂ ਬੱਚੇ ਬੁੱਕਸ ਪੜ੍ਹਨਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਅਸੀਂ ਜੋ ਪਹਿਲਾਂ ਟੀਵੀ 'ਚ ਬੇਤੁਕੀਆਂ ਗੱਲਾਂ ਦੇਖਦੇ ਸੀਗੇ ਤੇ ਹੁਣ ਜੋ ਅਸੀਂ ਪੜ੍ਹ ਰਹੇ ਹਾਂ ਉਹਨਾਂ 'ਚ ਕਿੰਨਾ ਫਰਕ ਹੈ, ਉਹ ਕਿੰਨਾ ਜ਼ਿਆਦਾ ਡਿਫਰੈਂਸ ਹੈ, ਉਹਨਾਂ ਨੂੰ ਇਹ ਪਤਾ ਲੱਗੂਗਾ। ਐਂਡ ਲੇਟਰ ਅਤੇ ਬਾਅਦ ਵਿੱਚ ਈਚ ਐਂਡ ਐਵਰੀ ਕਿਡ, ਕਹਿੰਦੇ ਤੁਹਾਡਾ ਹਰ ਇੱਕ ਬੱਚਾ, ਚਾਹੇ ਕੋਈ ਇੱਕ ਹੈ ਚਾਹੇ ਦੋ ਹੈ, ਤੁਹਾਡਾ ਜਿਹੜਾ ਕੋਈ ਵੀ ਤੁਹਾਡਾ ਬੱਚਾ ਹੈ, ਵਿਲ ਲਵ ਯੂ ਮੋਰ, ਦੇਖੋ ਵਿਲ ਲਵ ਯੂ ਮੋਰ, ਤੁਹਾਨੂੰ ਜ਼ਿਆਦਾ ਪਿਆਰ ਕਰੇਗਾ ਫॉर ਵਾਟ ਯੂ ਡਿਡ, ਤੁਸੀਂ ਜੋ ਉਹਦੇ ਲਈ ਕੀਤਾ। ਕੀ ਕੀਤਾ ਤੁਸੀਂ ਕੀਤਾ ਉਸਦਾ ਟੈਲੀਵਿਜ਼ਨ ਚੁੱਕ ਕੇ ਬਾਹਰ ਸੱਟਿਆ ਤੇ ਉਸ ਦੀ ਟੈਲੀਵਿਜ਼ਨ ਦੀ ਥਾਂ ਤੇ ਤੁਸੀਂ ਉਸ ਦੀ ਸ਼ੈਲਫ ਨੂੰ ਕਿਤਾਬਾਂ ਨਾਲ ਭਰਤਾ। ਇੱਕ ਵਾਰੀ ਤੁਹਾਡੇ ਨਾਲ ਨਾਰਾਜ਼ ਹੋਏਗਾ ਉਹ, ਲੇਕਿਨ ਜਦੋਂ ਉਸ ਬੁੱਕਸ ਨੂੰ ਪੜ੍ਹਨਾ ਸ਼ੁਰੂ ਕਰੇਗਾ ਤੇ ਬੁੱਕਸ ਦੇ ਵਿੱਚ ਜਾ ਕੇ ਜਦੋਂ ਉਸ ਨੂੰ ਆਪਣੀ ਦੁਨੀਆ, ਅਸਲੀ ਦੁਨੀਆ ਦਾ ਪਤਾ ਲੱਗੇਗਾ, ਤਾਂ ਫਿਰ ਉਸ ਨੂੰ ਪਤਾ ਲੱਗੇਗਾ ਕਿ ਮੈਂ ਕਿੰਨੀ ਵਰਚੁਅਲ ਦੁਨੀਆ 'ਚ ਫਿਰਦਾ ਸੀਗਾ। ਟੀਵੀ ਵਾਲੀ ਵਰਚੁਅਲ ਦਾ ਮਤਲਬ ਇੱਕ ਬਣਾਉਟੀ ਜੀ ਦੁਨੀਆ 'ਚ ਫਿਰਦਾ ਸੀ, ਅਸਲੀ ਦੁਨੀਆ ਤਾਂ ਕੁਝ ਹੋਰ ਹੀ ਹੈ, ਅਸਲੀ ਦੁਨੀਆ ਤਾਂ ਕਿਤਾਬਾਂ 'ਚ ਵੱਸਦੀ ਹੈ। ਤਾਂ ਉਮੀਦ ਹੈ ਬੱਚਿਓ ਤੁਹਾਨੂੰ ਇਹ ਸਾਰੀ ਪੋਇਮ ਬਹੁਤ ਹੀ ਵਧੀਆ ਲੱਗੀ ਹੋਏਗੀ। ਤਾਂ ਤੁਸੀਂ ਹੋਮਵਰਕ ਦੇ ਵਿੱਚ ਕੀ ਕਰਨਾ ਹੈ, ਤੁਹਾਨੂੰ ਮੈਂ ਸਾਰੀ ਪੋਇਮ ਬਹੁਤ ਹੀ ਵਧੀਆ ਤਰੀਕੇ ਨਾਲ ਐਕਸਪਲੇਨ ਕੀਤੀ ਹੈ। ਤਾਂ ਤੁਸੀਂ ਕੀ ਕਰਨਾ ਹੈ ਕਿ ਜਿੰਨੇ ਵੀ ਮੈਂ ਤੁਹਾਨੂੰ ਇਸ ਦੇ ਸਟੈਂਜ਼ਾ ਵਾਈਜ਼ ਤੁਹਾਨੂੰ ਮੈਂ ਐਕਸਪਲੇਨੇਸ਼ਨ ਦਿੱਤੀ ਹੈ, ਤਾਂ ਤੁਸੀਂ ਉਸ ਨੂੰ ਆਪਣੇ ਵਰਡਸ ਦੇ ਵਿੱਚ, ਪੰਜਾਬੀ ਦੇ ਵਿੱਚ ਤੁਸੀਂ ਆਪਣੇ ਵਰਡਸ ਦੇ ਵਿੱਚ ਉਸ ਨੂੰ ਪੈਰਾਫਰੇਜ਼ ਕਰਨਾ ਹੈ, ਤਾਂ ਕਿ ਤੁਹਾਨੂੰ ਇਸ ਪੋਇਮ ਦੇ ਬਾਰੇ ਪਤਾ ਲੱਗੇ ਕਿ ਐਕਚੁਅਲ ਹੈ ਕੀ ਹੈ। ਜਦੋਂ ਤੁਸੀਂ ਉਸ ਨੂੰ ਆਪਣੀ ਲੈਂਗੁਏਜ 'ਚ ਲਿਖੋਗੇ ਤਾਂ ਫਿਰ ਤੁਹਾਨੂੰ ਉਸ ਦੇ ਬਾਰੇ ਜ਼ਿਆਦਾ ਨੌਲੇਜ ਹੋਏਗੀ। ਤਾਂ ਇਸ ਤੋਂ ਇਲਾਵਾ ਇਸ ਪੋਇਮ ਦੇ ਵਿੱਚ ਜਿਹੜੇ ਤੁਹਾਡੇ ਗਲੋਸਰੀ 'ਚ ਵਰਡਸ ਆਏ ਹੈ, ਜਿਵੇਂ ਗਲੋਸਰੀ 'ਚ ਆਹ ਵਾਲੇ ਵਰਡਸ ਆਏ ਹੈ, ਥੋੜ੍ਹੇ ਜਿਹੇ ਵਰਡਸ ਹੀ ਹੈ, ਵੈਸੇ ਮੈਂ ਨਾ ਸਾਰੇ ਵਰਡਸ ਦੇ ਬਾਰੇ ਤੁਹਾਨੂੰ ਮੈਂ ਦੱਸ ਚੁੱਕਿਆ। ਇਹ ਗਲੋਸਰੀ ਦੇ ਵਿੱਚ ਵਰਡਸ ਆਏ ਹੈ, ਇਹ ਸਾਰੇ ਵਰਡਸ ਨੂੰ ਤੁਸੀਂ ਇਸ ਦੀ ਜਿਹੜੀ ਤੁਸੀਂ ਇਸ ਦੀ ਇੱਕ ਲਿਸਟ ਬਣਾਉਣੀ ਹੈ, ਤੇ ਲਿਸਟ ਬਣਾਉਣ ਤੋਂ ਬਾਅਦ ਤੁਸੀਂ ਉਵੇਂ ਹੀ ਸਭ ਤੋਂ ਪਹਿਲਾਂ ਸੀਰੀਅਲ ਨੰਬਰ ਪਾਉਣਾ ਹੈ, ਸੀਰੀਅਲ ਨੰਬਰ ਤੋਂ ਬਾਅਦ ਇਹ ਵਾਲਾ ਵਰਡ ਪਾਉਣਾ ਹੈ, ਉਸ ਤੋਂ ਬਾਅਦ ਇਹ ਇੰਗਲਿਸ਼ ਟੂ ਇੰਗਲਿਸ਼ ਮੀਨਿੰਗ ਲਿਖੀ ਹੈ, ਤੁਸੀਂ ਇਹ ਲਿਖ ਦੇਣੀ ਹੈ ਇੰਗਲਿਸ਼ ਟੂ ਇੰਗਲਿਸ਼ ਮੀਨਿੰਗ, ਤੇ ਨਾ ਤੁਸੀਂ ਐਂਡ ਦੇ ਵਿੱਚ ਪੰਜਾਬੀ ਦੇ ਵਿੱਚ ਵੀ ਮੀਨਿੰਗ ਲਿਖ ਸਕਦੇ ਹੋ ਤਾਂ ਕਿ ਤੁਹਾਨੂੰ ਯਾਦ ਰਹੇ। ਤਾਂ ਇਹ ਦੋ ਕੰਮ ਕਰਨੇ ਆ ਤੁਸੀਂ ਜੀ। ਸਾਰੇ ਸਟੈਂਜ਼ਾ ਵਾਈਜ਼ ਤੁਸੀਂ ਆਪਣੀ ਪੰਜਾਬੀ ਦੇ ਵਿੱਚ ਐਕਸਪਲੇਨੇਸ਼ਨ ਲਿਖਣੀ ਹੈ ਤੇ ਉਸ ਤੋਂ ਬਾਅਦ ਗਲੋਸਰੀ ਦਾ ਜਿਵੇਂ ਮੈਂ ਤੁਹਾਨੂੰ ਕੰਮ ਕਿਹਾ ਇਹ ਕਰਨਾ ਹੈ, ਤੇ ਇਹ ਸਾਰਾ ਕੰਮ ਕਰਕੇ ਤੁਸੀਂ ਇਸ ਦੀਆਂ ਪਿਕਸ ਮੈਨੂੰ ਜ਼ਰੂਰ ਭੇਜ ਦੇਣੀ ਹੈ। ਤੇ ਤੁਸੀਂ, ਤੁਹਾਨੂੰ ਇਹ ਪੋਇਮ ਕਿੱਦਾਂ ਦੀ ਲੱਗੀ ਇਸ ਦੇ ਬਾਰੇ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਨਾ ਹੈ, ਮੈਨੂੰ ਜ਼ਰੂਰ ਦੱਸਣਾ ਹੈ। ਮੈਨੂੰ ਤੁਹਾਡੇ ਕੀਤੇ ਹੋਏ ਕੰਮ ਦੀਆਂ ਪਿਕਸ ਦਾ ਇੰਤਜ਼ਾਰ ਰਹੇਗਾ। ਧੰਨਵਾਦ।